की ख्याल है, वेट करिए थोड़ी देर और। जी 5 मिनट से हो गए, 6 मिनट से हो गए ऊपर। हाँ ये तो है, 6 मिनट। चलो ठीक है, शुरू करने फिर देखेंगे संगत आंदी जाएगी, थोड़ा फिर रिपीट कर दें। तो अज का साडा टॉपिक जिहड़ा फिर ज्ञान है, नॉलेज। तुसी देखिया होगा मैं पा दिता सी टॉपिक ते। सो ये दूसरी बारी मैं तां लै रही हूं क्योंकि ज्ञान बहुत जरूरी है। गुरु ग्रंथ साहब सारा ज्ञान ही है, पर जदों असी गुरु ग्रंथ साहब का पाठ करने या वैसे पाठ करने तो फिर असी खास खास तुकां ते पूरी अटेंशन नहीं पा सकते। और कुछ तुकां ने जिहड़ियां बड़ियां मीनिंगफुल हुंदियां ने, बड़ा गहरा ज्ञान दिंदियां ने, और वो जदों साडे जीवन विच आंदियां ने तो साडा जीवन ही सारा बदल दिंदियां ने। सो अज फिर असी ज्ञान ते चर्चा करांगे। दीवा बले अंधेरा जाए। गुरबाणी इस जग में चानण। ਅਸੀਂ ਘਰ ਦੇ ਵਿੱਚ ਦੀਵਾ ਜਲਾਈਏ, ਲਾਈਟ ਜਲਾਈਏ ਤੇ ਘਰ ਦਾ ਅੰਧੇਰਾ ਜਿਹੜਾ ਉਹ ਦੂਰ ਹੋ ਜਾਂਦਾ। ਪਰ ਜਿਹੜਾ ਮਨ ਦਾ ਅੰਧੇਰਾ ਹੈ ਉਹ ਜਿਹੜੀ ਗਿਆਨ ਦੀ ਲਾਈਟ ਦੇ ਨਾਲ ਉਹਦੇ ਚਾਨਣ ਹੁੰਦਾ। ਸੋ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਘਰ ਵਿੱਚ ਲਾਈਟ ਜਲਾਉਂਦੇ ਹਾਂ ਤੇ ਜਿੰਨੀ ਪਾਵਰ ਦਾ ਬਲਬ ਹੁੰਦਾ ਓਨੀ ਲਾਈਟ ਜਿਹੜੀ ਉਹਦੀ ਜ਼ਿਆਦਾ ਹੁੰਦੀ ਹੈ। ਸੋ ਜਿੰਨੀ ਗਹਿਰਾਈ ਵਿੱਚ ਅਸੀਂ ਗਿਆਨ ਨੂੰ ਸਮਝਾਂਗੇ उन्ना ही ज्यादा साडा जिहड़ा समझ गहरी होएगी, उन्नी ही साडी आत्मिक उन्नति वाल साडी मदद होएगी। उन्ना ही साडा नॉट ओनली आत्मिक उन्नति बल्कि साडे जीवन विच भी सानू जीवन जाच जिहड़ा है ओदा तरीका है। सो असीं एक श्लोक तो शुरू करने आ जिहड़ा कबीर जी दा, बड़ा ही सुंदर श्लोक है, बड़ा गहरा भी है, बड़ा मीनिंगफुल है। और कबीर जी ते बड़े मैं देखा कि बड़े बड़े ज्ञानी है, बड़ी गहराई है, बड़ी रमज है उन्हां दे गुरबाणी विच। सो जिन्नी गुरबाणी गहरी होवे ओनू समझण में जिन्नी ज्यादा कॉन्सनट्रेशन लगाइए उन्ना ही ज्ञान जिहड़ा है अंदर प्रगाड़ हुंदा। सो असी उन्हां दा ओ श्लोक पढ़ने आ, फिर ओदे मीनिंग करांगे। कबीर जी ने, देखो भाई ज्ञान की आई आंधी, सबे उडानी परम की चाटी, रहे न माया बांधी। तो चित्ते की दो थून गिरानी, मोह बलेडा टूटा, तृष्णा छान परी कर ऊपर, दुर्मत पांडा फूटा। आंधे पाछे जो जल बरखे, ते तेरे जन पीना, कह कबीर मन पया परगासा, उदय पान जब जीना। जे कहो तो एक बार होर पढ़ दे क्योंकि काफी गहरा। देखो भाई ज्ञान की आई आंधी, सबे उडानी परम की टाटी, रहे न माया बांधे। तो चित्ते की दो थून गिरानी, मोह बलेडा टूटा, तृष्णा छान परी तर ऊपर, दुर्मत पांडा फूटा। आंधी पाछे जो जल बरखे, ते तेरे जल पीना, कह कबीर मन पया परगासा, उदय पान जब जीना। सो जदों परमात्मा की कृपा हुंदी है
ਤੇ ਸਾਡੇ ਅੰਦਰ ਇੱਕ ਗਿਆਨ ਦੀ ਲੈਣ ਦੀ ਇੱਕ ਇੱਛਾ ਬੜੀ ਸਟਰੋਂਗ ਪੈਦਾ ਹੁੰਦੀ ਹੈ, ਬੜੀ ਸਟਰੋਂਗ। ਮਤਲਬ ਕਿ ਸਾਨੂੰ ਜਾਣਨ ਦੀ ਅੰਦਰ ਬੜੀ ਖਿੱਚ ਹੁੰਦੀ ਹੈ ਕਿ ਅਸੀਂ ਜਾਣੀਏ ਹੋਰ ਕੀ ਹੈ, ਹੋਰ ਕੀ ਹੈ, ਹੋਰ ਕੀ ਹੈ ਗੁਰਬਾਣੀ ਵਿੱਚ, ਤਾਂ ਕਿ ਅਸੀਂ ਉਹਦੇ ਤੇ ਚੱਲ ਸਕੀਏ। ਸੋ ਜਦੋਂ ਪ੍ਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੁੰਦੀ ਹੈ ਤੇ ਫਿਰ ਇੱਕ ਬੜੀ ਜ਼ਬਰਦਸਤ ਝੱਖੜ ਆਉਂਦਾ। ਝੱਖੜ ਕਾਹਦਾ ਆਉਂਦਾ ਹੈ? ਉਹ ਸਾਡੇ ਅੰਦਰ ਝੱਖੜ ਆਉਂਦਾ, ਬਾਹਰ ਦੇ ਹਨੇਰੀ ਨੇ, ਅੰਦਰ ਸਾਡੇ ਉਹ ਝੱਖੜ ਆਉਂਦਾ। ਇੱਕ ਸਟੇਜ ਹੁੰਦੀ ਹੈ, ਮੈਨੂੰ ਆਪਣਾ ਥੋੜਾ ਜਿਹਾ ਤਜਰਬਾ ਹੈਗਾ ਕਿ ਜਦੋਂ ਮੈਂ ਸ਼ੁਰੂ ਕੀਤਾ ਉਸ ਤੋਂ ਬਾਅਦ ਫਿਰ ਜਿਉਂ ਮਨ ਲੱਗਣ ਲੱਗਾ ਤੇ ਹਰ ਵੇਲੇ ਮਨ ਇਹ ਕਹਿੰਦਾ ਸੀ ਕਿ ਹੋਰ ਜਾਣਨਾ, ਹੋਰ ਜਾਣਨਾ, ਹੋਰ ਜਾਣਨਾ। ਸੋ ਉਹ ਇੱਕ ਕਿਸਮ ਦੀ ਜਿਸ ਨੂੰ ਕਹਿੰਦੇ ਆ ਕਿ ਗਿਆਨ ਕੀ ਆਈ ਆਂਦੀ, ਇਹ ਜਿਹੜੀ ਆਂਦੀ ਜਿਹੜੀ ਸੀ ਉਹ ਅੰਦਰ ਆਂਦੀ ਹੈਗੀ ਹੈ, ਜਿਹੜੀ ਕਿ ਅੰਦਰ ਇੰਨੀ ਖਿੱਚ ਪਾਉਂਦੀ ਹੈ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਆਂਦੀ ਹੈ ਕੀ। ਹਨੇਰੀ ਨਾਲ ਸਾਰਾ ਛੱਪੜ ਟੁੱਟ ਗਿਆ, ਭਰਮ ਸਾਰਾ ਦੂਰ ਹੋ ਗਿਆ, ਮਾਇਆ ਦਾ ਬੰਨਿਆ ਹੋਇਆ ਛੱਪੜ ਟਿਕ ਨਹੀਂ ਸਕਿਆ। ਮੋਹ ਦਾ ਛਤੀਰ ਮੇਰੇ ਵਿੱਚ ਜਿਹੜਾ ਪਿਆ ਹੋਇਆ ਸੀ ਉਹ ਟੁੱਟ ਗਿਆ। ਤ੍ਰਿਸ਼ਨਾ ਰੂਪੀ ਛਪੜੀ ਜਿਹੜੀ ਧਰਤੀ ਤੇ ਪਈ ਹੋਈ ਸੀ ਉਹ ਡਿੱਗ ਪਈ। ਬੁਰੀ ਮੱਤ ਦਾ ਭਾਂਡਾ ਜਿਹੜਾ ਛੱਪਰੇ 'ਚ ਪਿਆ ਸੀ ਉਹ ਵੀ ਟੁੱਟ ਗਿਆ। ਹੁਣ ਮੇਰੇ ਹਾਲਾਤ ਬਦਲ ਗਏ ਹਨ। ਸੋ ਛਪਰੀ ਦੀ ਉਹਨਾਂ ਨੇ ਬੜੀ ਅੱਛੀ ਮਿਸਾਲ ਦਿੱਤੀ ਹੈ। ਦੇਖੋ ਤੁਸੀਂ ਉਹਨੂੰ ਦੇਖੋ ਕਿ ਛਪਰੀ ਹੁੰਦੀ ਹੈ ਨਾ ਜਿਹੜੀ, ਉਹਦੇ ਉੱਪਰ ਇੱਕ ਕੱਪੜਾ ਪਾਉਂਦੇ ਨੇ ਜਿਹਨੂੰ ਕਿ ਇੱਕ ਜਿਸ ਤਰ੍ਹਾਂ ਹੁੰਦਾ ਕਿ ਮਤਲਬ ਜਿਹਦੇ ਵਿੱਚ ਪਾਣੀ ਨਾ ਜਾ ਸਕੇ, ਕਹੋਗੇ ਤੁਸੀਂ ਵਾਟਰਪ੍ਰੂਫ, ਤੇ ਉਹਦੇ ਨੀਚੇ ਤਿਨਕਿਆਂ ਦੀ ਛਪਰੀ ਹੁੰਦੀ ਹੈ। ਅੱਛਾ, ਉਹਨੂੰ ਸਪੋਰਟ ਕਰਨ ਵਾਸਤੇ ਦੋਨਾਂ ਸਾਈਡਾਂ ਤੇ ਉੱਥੇ ਉਹਨਾਂ ਨੇ ਦਿੱਤੀਆਂ ਹੁੰਦੀਆਂ ਨੇ ਸਪੋਰਟਸ। ਉਹਦੇ ਉੱਪਰ ਇੱਕ ਉਹਨਾਂ ਨੇ ਵੱਡਾ ਜਿਹੜਾ ਹੈਗਾ ਲੱਕੜੀ ਪਾਈ ਹੁੰਦੀ ਹੈ, ਉਹਨਾਂ ਦੇ ਉੱਤੇ ਸਪੋਰਟ ਦੇ ਉੱਤੇ ਰੱਖੀ ਹੁੰਦੀ ਹੈ, ਜਿਹਦੇ ਉੱਤੇ ਉਹ ਛਪਰੀ ਰੱਖੀ ਹੁੰਦੀ ਹੈ। ਸੋ ਉਹਨਾਂ ਨੇ ਮਿਸਾਲ ਜਿਹੜੀ ਦਿੱਤੀ ਹੈ ਕਿ ਉਹ ਛਪਰੀ ਜਿਹੜੀ ਹੈ ਉਹ ਛਪਰੀ ਕਾਹਦੀ ਹੈਗੀ ਹੈ? ਉਹ ਛਪਰੀ ਮਾਇਆ ਦੀ ਹੈ, ਜਿਹਦੇ ਵਿੱਚ ਕੀ ਹੈ? ਮੋਹ, ਹੰਕਾਰ, ਤ੍ਰਿਸ਼ਨਾ, ਲੋਭ, ਭਰਮ, ਜਿਹੜੇ ਸਾਰੇ ਦੁਸ਼ਮਣ ਹੈਗੇ ਨੇ ਸਾਡੇ, ਉਹ ਸਾਰੇ ਜਿਹੜੇ ਨੇ ਉਹ ਛਪਰੀ ਦੇ ਅੰਦਰ ਰਹਿੰਦੇ। ਸੋ ਜਦੋਂ ਇੰਨੀ ਹਨੇਰੀ ਆਈ ਅੰਦਰ, ਗਿਆਨ ਦੀ ਹਨੇਰੀ ਆਈ, ਤੇ ਜਿਹੜਾ ਸਾਰਾ ਅਗਿਆਨ ਸੀ ਉਹ ਛਪਰੀ ਜਦੋਂ ਟੁੱਟ ਗਈ, ਅੰਦਰ ਜਦੋਂ ਗਿਆਨ ਦਾ ਚਾਨਣ ਹੋਇਆ, ਤੇ ਫਿਰ ਉਹ ਸਾਰੀਆਂ ਜਿਹੜੀਆਂ ਵਿਕਾਰ ਸੀ ਮੇਰੇ ਅੰਦਰੋਂ ਟੁੱਟ ਗਏ। ਉਹ ਕਹਿੰਦੇ ਨੇ ਹੁਣ ਜਦੋਂ ਉਹਨਾਂ ਨੇ ਫਿਰ ਬੜੀ ਅੱਛੀ ਮਿਸਾਲ ਦਿੱਤੀ ਹੈ ਕਿ ਜਦੋਂ ਬਾਰਿਸ਼ ਹੋਏ ਉਸ ਤੋਂ ਬਾਅਦ ਫਿਰ ਜਦੋਂ ਝੱਖੜ ਆਇਆ ਉਸ ਤੋਂ ਬਾਅਦ ਯੂਜੂਅਲੀ ਅਸੀਂ ਦੇਖਿਆ ਬਾਰਿਸ਼ ਹੁੰਦੀ। ਸੋ ਬਾਰਿਸ਼ ਹੋਈ, ਇੰਨੀ ਬਾਰਿਸ਼ ਹੋਈ ਕਿ ਸਾਰੇ ਜਿਹੜਾ ਸੀ ਨਾ ਮਿੱਟੀ ਜਿਹੜੀ ਸੀ ਉਹ ਧੁਲ ਗਈ। ਮਾਇਆ ਦੀ ਮਿੱਟੀ ਜਿਹੜੀ ਸੀ ਉਹ ਜਿਹੜੀ ਅੰਦਰ ਇੰਨੀ ਬਾਰਿਸ਼ ਹੋਈ ਕਿ ਬਈ ਉਹ ਕਹਿੰਦੇ ਨੇ ਕਿ ਕਹਿ ਕਬੀਰ ਮਨ ਪਿਆ ਪਰਗਾਸਾ ਉਦੇ ਭਾਨ ਜਬ ਚੀਨਾ। ਉਦੇ ਭਾਨ ਮਤਲਬ ਸੂਰਜ। ਕਾਹਦਾ ਸੂਰਜ? ਗਿਆਨ ਦਾ ਸੂਰਜ। ਜਦੋਂ ਮੈਨੂੰ ਗਿਆਨ ਦਾ ਸੂਰਜ ਦਿਸਿਆ, ਜਦੋਂ ਜਿਹੜੀ ਆਂਦੀ ਸੀ ਜਿਹਦੇ ਨਾਲ ਮੇਰਾ ਸਾਰੀ ਅਗਿਆਨਤਾ ਸੀ ਉਹ ਖਤਮ ਹੋ ਗਈ, ਤੇ ਮੈਨੂੰ ਫਿਰ ਕੀ ਸੀ? ਸੂਰਜ ਕਾਹਦਾ ਦਿਸਿਆ? ਪਰਮਾਤਮਾ ਦਾ ਸੂਰਜ ਦਿਸਿਆ। ਉਹਦੇ ਨਾਲ ਮੈਨੂੰ ਕੀ ਹੋ ਗਿਆ? ਮੈਨੂੰ ਇਨਲਾਈਟਨਮੈਂਟ ਹੋ ਗਈ, ਮੈਨੂੰ ਸੈਲਫ ਰਿਅਲਾਈਜੇਸ਼ਨ ਹੋ ਗਈ। ਮਤਲਬ ਉਹਨਾਂ ਨੇ ਇੱਕ ਹੋ ਸਕਦਾ ਉਹਨਾਂ ਦਾ ਆਪਣਾ ਹੀ ਤਜਰਬਾ ਹੋਵੇ ਕਿ ਉਹਨਾਂ ਦੇ ਅੰਦਰ ਜਦੋਂ ਲਗਨ ਲੱਗੀ ਤੇ ਇਹ ਲਗਨ ਇੰਨੀ ਜਿਹੜੀ ਤਿੱਖੀ ਸੀ, ਇੰਨੀ ਸਟਰੋਂਗ ਸੀ ਕਿ ਉਹਨਾਂ ਨੂੰ ਮਤਲਬ ਵੈਂਟ ਔਨ ਵਿਦ ਦਿਸ। ਮੋਸਟਲੀ ਬਹੁਤ ਸਾਰੇ ਆਪਣਾ ਭਗਤਾਂ ਨੇ ਆਪਣੇ ਤਜਰਬੇ ਨੂੰ ਆਪਣਾ ਐਕਸਪਲੇਨ ਕੀਤਾ। ਸੋ ਉਹਨਾਂ ਨੂੰ ਇਸ ਤਰ੍ਹਾਂ ਫਿਰ ਖਿੱਚ ਪਈ ਤੇ ਉਹਨਾਂ ਨੇ ਫਿਰ ਬੜੀ ਮਤਲਬ ਸਟੱਡੀ ਕੀਤੀ, ਭਗਤੀ ਕੀਤੀ। ਫਿਰ ਉਹਨਾਂ ਨੂੰ ਜਦੋਂ ਰਿਅਲਾਈਜੇਸ਼ਨ ਹੋਈ, ਇਨਲਾਈਟਨਮੈਂਟ ਹੋਈ, ਤੇ ਉਹ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਇਹਦੇ ਵਿੱਚ ਲਿਖ ਰਿਹਾ ਹੈ। ਇਹਦੇ ਵਿੱਚ ਬਹੁਤ ਮੁਸ਼ਕਿਲ ਹੈ, ਤੇ ਜੇ ਕੋਈ ਸਵਾਲ ਹੋਏ ਨਾ ਤੇ ਹੁਣੇ ਬੇਸ਼ੱਕ ਕਰ ਦੇਣਾ, ਉਹਨੂੰ ਅਸੀਂ ਹੋਰ ਖੋਲ ਦਿਆਂਗੇ। ਹੈ ਥੋੜਾ ਜਿਹਾ ਮੁਸ਼ਕਿਲ ਹੈਗਾ, ਥੋੜਾ ਗਹਿਰਾ ਹੈ।
ਅੱਛਾ, ਇਹਨੂੰ ਹੁਣ ਗੁਰੂ ਨਾਨਕ ਦੇਵ ਜੀ ਨੇ, ਇਹ ਤੇ ਮੈਟਾਫਿਜ਼ਿਕਲ ਹੈ, ਇਹ ਤੇ ਮਤਲਬ ਇਹ ਕਿ ਜਿਹੜਾ ਨਾ ਕਿ ਮਿਸਟਰੀ ਹੈ, ਜਿਹੜਾ ਕਿ ਆਪਣਾ ਇੱਕ ਐਕਸਪੀਰੀਅੰਸ ਨਾਲ ਹੀ ਗੇਨ ਹੁੰਦੀ ਹੈ। ਦੂਸਰਾ, ਗੁਰੂ ਨਾਨਕ ਦੇਵ ਜੀ ਨੇ ਇਹਨੂੰ ਇੱਕ ਬੜੇ ਵਿਗਿਆਨਕ ਢੰਗ ਨਾਲ ਦੱਸਿਆ, ਜਿਹੜਾ ਕਿ ਸਾਡੇ ਰੋਜ਼ ਦੇ ਜੀਵਨ ਵਿੱਚ ਆਉਂਦਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸੂਤਕ ਨੂੰ ਲਿਆ, ਕਹਿੰਦੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਉਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜਾਂ ਕੋਏ, ਪਹਿਲਾ ਪਾਣੀ ਜਿਉ ਹੈ ਜੀ ਤੇਰਿਆ ਸਭ ਕੋਏ। सूतक क्यों कर रखिए सूतक पवे रसोए, नानक सूतक एव न उतरे ज्ञान उतारे। सो ये उस वक्त दी जदों गुरु नानक देव जी होए तो उस वेले सूतक जिहड़ा है वो बड़ा प्रेवलेंट सी कि जदों कोई मार जाए उस घर विच भी सूतक है, जिस घर विच जन्म होए उत्थे भी सूतक है। सो जिथे सूतक हुंदा सी लोकी उस घर दे खाना पीना नहीं सी खांदे, और जेड़े जिस औरत दे घर बच्चा होए ओनू 40 दिन तक चौंके विच नहीं सी वड़न देंदे। हुण उन्हां ने समझाया सानू कि जे तुसी कहंदे हो कि बई जे कोई जन्मे ते फिर भी सूतक हुंदा, जे कोई मरे तां भी सूतक हुंदा, पर फिर ये देखो कि सब ते सूतक किस तरह गोहे अते लकड़ी अंदर कीड़ा। हुण तुसी वैसे तुहानू एक्सपीरियंस हो कि जदों गोहा थोड़ा जिहा लोकी ਇਹਦੇ ਆਪਣਾ ਬਣਾਉਂਦੇ ਨੇ ਇਹਨੂੰ ਜਲਾਉਣ ਵਾਸਤੇ, ਤੇ ਜਦੋਂ ਅਜੇ ਥੋੜਾ ਜਿਹਾ ਗਿੱਲਾ ਹੋਏ ਨਾ ਅੰਦਰੋਂ ਤੇ ਤੁਸੀਂ ਤੋੜੋ ਤਾਂ ਉਹਦੇ ਅੰਦਰ ਕੀੜੇ ਪੈ ਜਾਂਦੇ। ਸਿਮਿਲਰਲੀ ਜਿਹੜੀ ਲੱਕੜੀ ਹੁੰਦੀ ਹੈ, ਇਹਦੇ ਵਿੱਚ ਵੀ ਗਿੱਲੀ ਲੱਕੜੀ ਜੋ ਹੁੰਦੀ ਹੈ, ਜੇ ਤੁਸੀਂ ਕਿਸੇ ਨੂੰ ਤੋੜੋ ਤੇ ਉਹਦੇ ਤੁਹਾਨੂੰ ਕੀੜੇ ਦਿਸਣਗੇ। ਤੋ ਕਹਿੰਦੇ ਨੇ ਗੋਹੇ ਲੱਕੜੀ ਚ ਕੀੜਾ ਹੁੰਦਾ, ਦੇਤੇ ਦਾਣੇ ਆਣ ਕੇ ਜੀਆਂ ਬਾਜ ਨਾ ਕੋਈ। ਹੁਣ ਜਿਹੜਾ ਤੁਸੀਂ ਅਨਾਜ ਖਾਂਦੇ ਹੋ ਉਹਦੇ ਵਿੱਚ ਵੀ ਜੀਵ ਨੇ। एक्चुअली जिस चीज में जीव नहीं वो उग नहीं सकता। हुण असी बीजने आ, कणक बीजने आ, चने या कुछ बीजने ते उग जांदा। क्यों उग जांदा? कि उहदे अंदर कॉन्शियसनेस है, उहदे अंदर जीव है। पहला पानी जियो जी तरिया सब कुछ। हुण पानी जिहड़ा उहदे च भी जीव ने, उहदे च कई बारी जीव देखे भी गए ने, जदों भी जिथे जिस जगह ते पानी प्योर नहीं हुंदा उत्थे ते उहदे जीव दिसदे भी हैगे ने। सूतक क्यों कर रखे सूतक पवे। सो ਉਹ ਕਹਿੰਦੇ ਨੇ ਕਿ ਬਈ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਬਈ ਜਦੋਂ ਜਨਮ ਮਰਨ ਦਾ ਸੂਤਕ ਹੁੰਦਾ ਹੈ ਤੇ ਫਿਰ ਤੁਹਾਡੀ ਰਸੋਈ ਵਿੱਚ ਤੇ ਸਾਰਾ ਵਕਤ ਸੂਤਕ ਹੀ ਰਹਿੰਦਾ, ਫਿਰ ਤੁਸੀਂ ਖਾਣਾ ਹੀ ਨਾ ਬਣਾਓ, ਫਿਰ ਤੁਸੀਂ ਖਾ ਹੀ ਨਹੀਂ ਸਕਦੇ, ਕਿਉਂਕਿ ਕੁਛ ਨਾ ਕੁਛ ਜੰਮਦਾ ਰਹਿੰਦਾ, ਕੁਝ ਨਾ ਕੁਛ ਮਰਦਾ ਰਹਿੰਦਾ ਹੈ। ਨਾਨਕ ਸੂਤਕ ਏਵ ਨਾ ਉਤਰੇ ਗਿਆਨ ਉਤਾਰੇ ਤਕ। ਸੋ ਸੂਤਕ ਕਹਿਣ ਨਾਲ ਨਹੀਂ ਉਤਰਦਾ ਕਿ ਬਈ ਸੂਤਕ ਹੈ, ਸੂਤਕ ਹੈ। ਇਹਨੂੰ ਸਮਝੋ, समझो कि है कि परमात्मा की देन है। जीवन उन्हें दिता है ते बर्थ हो गई है, जीवन उन्हें लिया है ते मौत हो गई है। सो ये सारा उहदा भाना है। खैर अजकल तो हुण सूतक जिहड़ा कोई सब जिहड़े बड़े इंटैलीजेंट हो गए ने, कोई सूतक नहीं मनदा। फिर एक उन्हां ने जिहड़ी मिसाल दित्ती है, ये अग्गों उहनूं फिर खोलदी हैगी है। मेन चीज अग्गों जिहड़ा खोलदी है वो है, उन्हें कहा मन का सूतक लोभ है, जेवा सूतक कूड़, कन्नी सूतक वेखना, पर त्रिया पंतव रूप। अखी सूतक वेखना पर त्रिया पंतव रूप, कन्नी सूतक कन पर लाए तबारी खाए, नानक संसार भी बच जंप। वो कहते ने असल सूतक की है। और एक्चुअली वेख्या जाए तो जे असी थोड़ा जिहा सानू ज्ञान होवे सिखे कि भाई सूतक की हुंदा, सूतक है भाई मतलब इस घर विच पवित्रता ने, ते पवित्रता ते अपवित्रता ते वो चीज़ां ने ਜਿਹੜੀਆਂ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਜਿਨ੍ਹਾਂ ਦੇ ਵਿੱਚੋਂ ਨਿਕਲ ਨਹੀਂ ਪਾ ਰਹੇ। ਉਹਨਾਂ ਨੇ ਫਿਰ ਉਹਨੂੰ ਇੱਕ ਇੱਕ ਕਰਕੇ ਦੱਸਿਆ ਹੈਗਾ ਕਿ ਮਨ ਦਾ ਸੂਤਕ ਲੋਭ ਹੈ। ਜੇ ਅਸੀਂ ਮਨ ਦੇ ਨਾਲ ਲੋਭ ਕਰਨੇ ਆ, मतलब गलत तरीके नाल लेने आ, या मतलब हर वे लालच घर वास्ते चीज़ां वास्ते लालच करने आ, उन ओ सूतक है। जेवा सूतक को जे जीव दे नाल, क्योंकि स्पीच बड़ी पावरफुल है, वर्ड्स बड़े पावरफुल ने, जो असी मुंह नाल बोलने आ ओदा बड़ा असर हुंदा। तो जे असी नेगेटिव बोलने आ, गलत बोलने आ, ते असल सूतक ते ओ है। कन्नी सूतक कन,
ਸੋ ਕੰਨਾਂ ਦਾ ਸੂਤਕ ਕੀ ਹੈ? ਨਿੰਦਿਆ ਚੁਗਲੀ ਸੁਣਨੀ। ਸੋ ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਚੀਜ਼ਾਂ ਜਿਹੜੀਆਂ ਨੇ ਅਸਲ ਸੂਤਕ ਹੈ, ਮਤਲਬ ਇੱਕ ਕਿਸਮ ਦਾ ਸਾਨੂੰ ਗਿਆਨ ਦੇ ਰਹੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਵਿੱਚੋਂ ਨਿਕਲਣਾ ਹੈਗਾ ਵੇ। ਜਿਹੜਾ ਸੂਤਕ ਹੈ ਉਹ ਤੇ ਖੈਰ ਸਾਨੂੰ ਤੇ ਅੱਜ ਕੱਲ ਉਹਦਾ ਅਸਰ ਨਹੀਂ ਹੁੰਦਾ, ਪਹਿਲਾਂ ਵੀ ਸਾਡੇ ਤੇ ਆਪਣਾ ਮਤਲਬ ਗੁਰੂ ਗ੍ਰੰਥ ਸਾਹਿਬ ਜਿਹੜੇ ਮੰਨਦੇ ਉਹਨਾਂ ਤੇ ਇਸਦਾ ਅਸਰ ਨਹੀਂ ਹੁੰਦਾ, ਪਰ ਉਹਨਾਂ ਨੇ ਐਗਜ਼ਾਮਪਲ ਦੇ ਕੇ ਇਹਨੂੰ ਸਿੱਧ ਕੀਤਾ ਹੈਗਾ। ਸੋ ਇਹ ਕਿ ਜੀ ਇਹਨਾਂ ਚੀਜ਼ਾਂ ਵਿੱਚ ਸਭੋ ਸੂਤਕ ਭਰਮ ਹੈ। ਖਾਣਾ ਪੀਣਾ ਖਾਣਾ ਪੀਣਾ ਪੁੱਤਰ ਦਿੱਤੋਂ ਨੂੰ ਰਿਸ਼ਮਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੁਤਨਾ। ਸੋ ਜੇ ਅਸੀਂ ਕਹੀਏ ਵੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਇਹ ਉਸ ਘਰ ਵਿੱਚ ਨੇ ਜਿੱਥੇ ਸੂਤਕ ਹੈ, ਉਹਨਾਂ ਕਿਹਾ ਖਾਣਾ ਪੀਣਾ ਪਵਿੱਤਰ ਹੈ, ਜੰਮਣ ਮਰਨਾ ਹੁਕਮ ਹੈ, ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੁਤਨਾ। ਜਿਨ੍ਹਾਂ ਨੇ ਪਰਮਾਤਮਾ ਦੇ ਗਿਆਨ ਨੂੰ, ਪਰਮਾਤਮਾ ਨੂੰ ਉਹਦੇ ਲਾ ਨੂੰ ਸਮਝ ਲਿਆ, ਉਹਦੇ ਕਾਨੂੰਨ ਨੂੰ ਸਮਝ ਲਿਆ, ਉਹਨਾਂ ਤੇ ਸੂਤਕ ਦਾ ਕੋਈ ਅਸਰ ਨਹੀਂ ਹੁੰਦਾ। ਮਤਲਬ ਇਹ ਕਿ ਉਹ ਜਿਹੜੇ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਵਿੱਚੋਂ ਨਿਕਲ ਜਾਂਦੇ ਨੇ, ਅਸਲ ਵਿੱਚ ਉਹ ਸੂਤਕ ਤੋਂ ਬਚੇ ਹੋਏ ਨੇ। ਔਰ ਐਸੇ ਜਿਹੜੇ ਮਤਲਬ ਇਹੋ ਜਿਹੇ ਇਨਸਾਨ ਹੋਣਗੇ, ਉਹਨਾਂ ਨੂੰ ਫਿਰ ਜੰਮਦਾ, ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ, ਕਿਉਂਕਿ ਉਹ ਉਹਨਾਂ ਕਮੀਆਂ ਵਿੱਚੋਂ, ਉਹਨਾਂ ਵਿਕਾਰਾਂ ਵਿੱਚੋਂ ਨਿਕਲ ਗਏ ਨੇ, ਜਿਹੜੇ ਕਿ ਉਹਨਾਂ ਨੂੰ ਮਤਲਬ ਕਿ ਮੌਤ ਦੇ ਪਿੱਛੋਂ ਜਿਹੜੇ ਜੰਮ ਦਾ ਡਰ ਹੁੰਦਾ ਹੈਗਾ ਵੇ। ਸੋ ਹੁਣ ਇਹ ਵੇ ਕਿ ਦੋ ਤਰੀਕਿਆਂ ਨਾਲ ਉਹਨਾਂ ਨੇ ਸਾਨੂੰ ਗਿਆਨ ਦਿੱਤਾ। ਇੱਕ ਤੇ ਉਹਨਾਂ ਨੇ ਪਹਿਲਾਂ ਸਾਨੂੰ ਦਿੱਤਾ ਹੈਗਾ ਵੇ ਕਿ ਅਸੀਂ ਗਿਆਨ ਦੇ ਨਾਲ, ਗਿਆਨ ਦੀ ਤਲਵਾਰ ਦੇ ਨਾਲ, ਜਿਹੜਾ ਕਿ ਕਬੀਰ ਜੀ ਨੇ ਕਿਹਾ ਗਿਆਨ ਦੀ ਤਲਵਾਰ ਦੇ ਨਾਲ ਇਸ ਮਾਇਆ ਵਿੱਚੋਂ ਕਿਵੇਂ ਨਿਕਲਣਾ ਹੈ। ਸੋ ਉਹ ਉਹਨਾਂ ਨੇ ਸਾਰਾ ਜਿਹੜਾ ਕਲੀਅਰ ਕੀਤਾ। ਅੱਗੋਂ ਗੁਰੂ ਨਾਨਕ ਦੇਵ ਜੀ ਨੇ ਬੜੇ ਵਿਗਿਆਨਿਕ ਢੰਗ ਨਾਲ ਉਹਨੂੰ ਕਲੀਅਰ ਕੀਤਾ ਤੇ ਕਿਸ ਤਰ੍ਹਾਂ ਤੁਸੀਂ ਸੂਤਕ ਦੇ ਮਿਸਾਲ ਦੇ ਕੇ ਤੇ ਸਾਡੇ ਵਾਸਤੇ, ਸਾਡੇ ਦੁਨਿਆਵੀ ਲੋਕਾਂ ਵਾਸਤੇ ਸੂਤਕ ਕੀ ਹੈ, ਔਰ ਉਹ ਸੂਤਕ ਵਿੱਚੋਂ ਅਸੀਂ ਨਿਕਲਣਾ। ਸੋ ਇਹਦੇ ਵਿੱਚ ਅਲੱਗਾ ਹੋਰ ਤੁਕਾਂ ਜਿਹੜੀਆਂ ਇੰਪੋਰਟੈਂਟ ਲੈ ਕੇ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਵਿਆਖਿਆ ਕਰ ਰਹੇ ਹਾਂ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਟਨਾ। ਇਹ ਅਸੀਂ ਗਿਆਨ ਖੰਡ ਵਾਲਾ ਅੱਗੇ ਵੀ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ, ਪਰ ਇਹਦੇ ਵਿੱਚ ਕੀ ਹੈ ਨਾ, ਜਿਹੜਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਮਤਲਬ ਇੱਥੇ ਹੁਣ ਗਿਆਨ ਦੀ, ਕਿਉਂਕਿ ਅਸੀਂ ਗਿਆਨ ਦਾ ਜਿਹੜਾ ਹੈਗਾ ਵੇ ਅੱਜ ਚੈਪਟਰ ਲਿਆ ਹੈ, ਤੇ ਉੱਥੇ ਉਹਨਾਂ ਨੇ ਗਿਆਨ ਦੀ ਬੜੀ ਵੱਡੀ ਤਾਕਤ ਦੱਸੀ ਹੈ, ਸ਼ਕਤੀ ਦੱਸੀ ਹੈ ਕਿ ਗਿਆਨ ਪ੍ਰਚੰਡ ਹੈ। ਮਤਲਬ ਜਿੱਥੇ ਕੋਈ ਚੀਜ਼ ਮਤਲਬ ਗਲਤ ਹੋਵੇ ਉਹਨੂੰ ਉਹ ਜਲਾ ਦੇਣ ਵਾਲੀ ਹੈ, ਉਹਨੂੰ ਉਹ ਮਤਲਬ ਖਤਮ ਕਰ ਦੇਣ ਵਾਲੀ ਹੈ। ਸੋ ਗਿਆਨ ਜਿਹੜਾ ਹੈ ਬੜੀ ਉੱਚੀ ਚੀਜ਼ ਹੈ, ਔਰ ਗਿਆਨ ਉੱਚੀ ਤਾਂ ਹੈ ਜੇ ਅਸੀਂ ਆਪਣੇ ਜੀਵਨ ਵਿੱਚ ਉਹਨੂੰ ਲਿਆਈਏ। ਤੇ ਮਤਲਬ ਸਾਨੂੰ ਬਾਰ-ਬਾਰ ਫਿਰ ਉਹ ਸਿੱਖਿਆ ਮਿਲਦੀ ਹੈ ਕਿ ਅਸੀਂ ਕੁਛ ਤੁਕਾਂ ਲੈ ਕੇ ਉਹਨਾਂ ਦੀ ਵਿਆਖਿਆ ਜਿਹੜੀ ਹੈਗੀ ਹੈ, ਉਹ ਜਿਹੜੀਆਂ ਇੰਪੋਰਟੈਂਟ ਤੁਕਾਂ ਨੇ ਉਹਦੀ ਵਿਆਖਿਆ ਆਪਣੇ ਜੀਵਨ ਦੇ ਵਿੱਚ ਸਿਖਾਈਏ, ਤਾਂ ਕਿ ਜਿਸ ਤਰ੍ਹਾਂ ਕਬੀਰ ਜੀ ਨੇ ਕਿਹਾ ਹੈ ਕਿ ਗਿਆਨ ਕੀ ਆਈ ਆਂਦੀ, ਉਸ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਗਿਆਨ ਕੀ ਆਂਦੀ ਜਦੋਂ ਆਏਗੀ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਨਿਕਲਣੀਆਂ। ਸੋ ਗਿਆਨ ਕਿਸ ਤਰ੍ਹਾਂ ਆਉਂਦਾ ਹੈ? ਅਨੁਭਵ ਨਾਲ। ਹੁਣ ਅਸੀਂ ਜਿਹੜੀਆਂ ਚੀਜ਼ਾਂ ਦੇਖਦੇ ਹਾਂ ਇੰਦਰੀਆਂ ਦੇ ਨਾਲ ਜਾਂ ਆਪਸ ਵਿੱਚ ਮਤਲਬ ਤਰਕ ਗਿਆਨ ਕਰਨੇ ਆ, ਉਹਦੇ ਨਾਲ ਗਿਆਨ ਸਾਡੇ ਅੰਦਰ ਨਹੀਂ ਜਾਂਦਾ। ਗਿਆਨ ਐਕਚੁਅਲੀ ਐਕਸਪੀਰੀਅੰਸ ਹੈ, ਗਿਆਨ ਐਕਚੁਅਲੀ ਅਨੁਭਵ ਹੈ। ਅਨੁਭਵ ਕਿਸ ਤਰ੍ਹਾਂ ਹੁੰਦਾ ਹੈ? ਜਦੋਂ ਅਸੀਂ ਗਹਿਰਾਈ ਦੇ ਵਿੱਚ ਉਹਨੂੰ ਸਮਝਦੇ ਹਾਂ। ਜਿਸ ਤਰ੍ਹਾਂ ਕਿ ਹੁਣ ਦੇਖੋ ਅਸੀਂ ਇੱਕ ਓਂਕਾਰ ਦੀ ਕਿੰਨੀ ਵਾਰੀ ਵਿਆਖਿਆ ਕਰਦੇ ਹਾਂ। ਜਦੋਂ ਇੱਕ ਓਂਕਾਰ ਦੀ ਵਿਆਖਿਆ ਜਿੰਨੀ ਵਾਰੀ ਵੀ ਕਰੀਏ, ਮੈਂ ਤਾਂ ਕਹਿੰਦੀ ਹਾਂ ਉਨੀ ਵਾਰੀ ਥੋੜੀ ਹੈ, ਕਿਉਂਕਿ ਇੱਕ ਓਂਕਾਰ ਸਭ ਕੁਝ ਇੱਕ ਓਂਕਾਰ ਹੈ। ਉਸ ਤੋਂ ਬਾਅਦ ਤੁਝੇ ਬਾਹਰ ਕੁਛ ਨਹੀਂ ਮੇਰੇ ਪ੍ਰੀਤਮ ਪਿਆਰੇ, ਉਦੋਂ ਤੋਂ ਬਾਹਰ ਕੁਛ ਹੈ ਹੀ ਨਹੀਂ। ਜਦੋਂ ਉਦੋਂ ਤੋਂ ਬਾਹਰ ਕੁਛ ਹੈ ਹੀ ਨਹੀਂ ਤੇ ਬਾਰ-ਬਾਰ ਉਹਦੀ ਵਿਆਖਿਆ ਕਰਕੇ ਉਹਦੀ ਅਸੀਂ ਡਿਟੇਲ ਵਿੱਚ ਜਾਣਦੇ ਹਾਂ ਕਿ ਇੱਕ ਓਂਕਾਰ ਕੀ ਹੈ, ਸੰਸਾਰ ਉਹਦੇ ਵਿੱਚ ਹੀ ਸਾਰਾ ਸੰਸਾਰ ਹੈ, ਵਿੱਚ ਹੀ ਕੁਦਰਤ ਹੈ, ਉਹਦੇ ਵਿੱਚ ਹੀ ਮਾਇਆ, ਉਹਦੇ ਵਿੱਚ ਹੀ ਸਭ ਕੁਝ ਹੈ। ਸੋ ਇਹ ਜਦੋਂ ਗਹਿਰਾਈ ਵਿੱਚ ਜਾਂਦਾ ਹੈ ਤੇ ਜਦੋਂ ਅਸੀਂ ਫਿਰ ਮੈਂ ਦੇਖਿਆ ਕਿ ਜਦੋਂ ਅਸੀਂ
ਕੋਈ ਸ਼ਬਦ ਵੀ ਸੁਣਨੇ ਆ ਤੇ ਉਹਦੇ ਵਿੱਚ ਜਿਹੜੀਆਂ ਤੁਕਾਂ ਆਉਂਦੀਆਂ ਨੇ ਤੇ ਅਸੀਂ ਉਹਦੇ ਨਾਲ ਜੁੜ ਜਾਂਦੇ ਹਾਂ। ਜਦੋਂ ਜੁੜ ਜਾਂਦੇ ਹਾਂ ਤੇ ਹੌਲੀ ਹੌਲੀ ਉਹ ਸਾਡਾ ਅਨੁਭਵ ਬਣਦਾ। ਜਿੰਨਾ ਚਿਰ ਅਨੁਭਵ ਨਹੀਂ ਬਣਦਾ, ਜਿੰਨਾ ਚਿਰ ਸਾਡਾ ਐਕਸਪੀਰੀਅੰਸ ਨਹੀਂ ਬਣਦਾ, ਉਹਨਾਂ ਚਿਰ ਉਹ ਉਤਲੀ ਉਤਲੀ ਤਹਿ ਤੇ ਹੁੰਦਾ ਹੈਗਾ। ਪਰ ਹੌਲੀ ਹੌਲੀ ਜਦੋਂ ਅਸੀਂ ਗਿਆਨ ਨੂੰ ਇਸ ਤਰ੍ਹਾਂ ਦੇਖਣ ਲੱਗਦੇ ਹਾਂ ਤੇ ਉਹ ਸਾਡੀਆਂ ਅੰਦਰ ਦੀਆਂ ਗਹਿਰਾਈਆਂ ਵਿੱਚ ਚਲਾ ਜਾਂਦਾ। ਜਿੰਨਾ ਚਿਰ ਅੰਦਰ ਦੀਆਂ ਗਹਿਰਾਈਆਂ ਵਿੱਚ ਨਾ ਜਾਏ ਉਹਨਾਂ ਚਿਰ ਆਤਮਿਕ ਉન્નਤੀ ਜਿਹੜੀ ਹੈਗੀ ਉਹ ਨਹੀਂ ਹੋ ਸਕਦੀ। ਸੋ ਪਰਮਾਤਮਾ ਦਾ ਜਿਹੜਾ ਸਾਰਾ ਪਸਾਰਾ ਹੈ ਉਹਦਾ ਜਿਹੜਾ ਗਿਆਨ ਦੀ ਰਾਹੀਂ ਉਹਦਾ ਅਨੁਭਵ ਜਿਹੜਾ ਹੁੰਦਾ ਹੈਗਾ ਵੇ। ਔਰ ਜਦੋਂ ਪਰਮਾਤਮਾ ਦੀ ਅਨੰਤਤਾ ਨੂੰ ਅਸੀਂ, ਗਿਆਨ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਉਹ ਅਨੰਤ ਹੈ, ਉਹ ਅਥਾਹ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਨਹੀਂ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਸਾਡੇ ਅੰਦਰ ਇੱਕ ਕੀ ਹੁੰਦਾ ਹੈ, ਇੱਕ ਕਿ ਅਸੀਂ ਕੀ ਆ, ਅਸੀਂ ਬਹੁਤ ਛੋਟੇ ਆ ਇਸ ਮਤਲਬ ਮੁਕਾਬਲੇ ਤੇ। ਜਿੰਨਾ ਪਰਮਾਤਮਾ ਅਨੰਤ ਹੈ, ਅਸੀਂ ਆਪਣੇ ਆਪ ਨੂੰ ਬਹੁਤ ਕੁਝ ਸਮਝਦੇ ਆ, ਪਰ ਅਸੀਂ ਉਹਦੇ ਮੁਕਾਬਲੇ ਤੇ ਕੁਝ ਵੀ ਨਹੀਂ। ਤਾਂ ਉਹਦੇ ਨਾਲ ਅੰਦਰ ਫਿਰ ਇੱਕ ਨਿਮਰਤਾ ਆਉਂਦੀ ਹੈ, ਇੱਕ ਜਿਹਨੂੰ ਅਸੀਂ ਬਾਰ-ਬਾਰ ਨਿਰਮਲ ਕਹਿੰਦੇ ਆ ਨਾ, ਨਿਰਮਲ ਭਾਵ। ਨਿਰਮਲ ਭਾਵ ਮਤਲਬ ਮਲ ਰਹਿਤ, ਨਿਰਮਲ ਮਲ ਰਹਿਤ। ਕਿਉਂਕਿ ਜਦੋਂ ਮਨ ਦੇ ਵਿੱਚ ਮਲ ਹੁੰਦੀ ਹੈ ਤੇ ਨਿਰਮਲ ਨਹੀਂ ਹੁੰਦਾ। ਤੇ ਨਿਰਮਲ ਬਾਣੀ ਸੁਣਦਿਆਂ ਮਨ ਜਿਹੜਾ ਨਿਰਮਲ ਹੋ ਜਾਂਦਾ। ਜਦੋਂ ਨਿਰਮਲ ਹੋ ਜਾਂਦਾ ਮਨ ਤੇ ਫਿਰ ਇਹ ਗਿਆਨ ਨਾਲ ਮਨ ਨਿਰਮਲ ਵੀ ਹੋਏਗਾ, ਗਿਆਨ ਨਾਲ ਮਨ ਨੂੰ ਸਮਝ ਵੀ ਆਏਗੀ, ਗਿਆਨ ਨਾਲ ਮਨ ਉਹਦੇ ਤੇ ਅਮਲ ਵੀ ਕਰੇਗਾ। ਜਦੋਂ ਅਮਲ ਕਰੇਗਾ ਤੇ ਫਿਰ ਕੀ ਹੋਏਗਾ ਕਿ ਅੰਦਰ ਉਹਨੂੰ ਫਿਰ ਅਸੀਂ ਕਹਾਂਗੇ ਅਨੁਭਵ। ਫਿਰ ਜਦੋਂ ਅਨੁਭਵ ਹੁੰਦਾ ਹੈ ਫਿਰ ਸਾਨੂੰ ਆਪਣੇ ਆਪ ਦਾ ਛੋਟਾਪਨ, ਤੁਛਪਨ ਪਤਾ ਲੱਗਦਾ ਕਿ ਅਸੀਂ ਕੀ ਆ। ਮੈਂ ਸੋਚ ਰਹਾ ਮੈਂ, ਮੇਰਾ ਘਰ, ਮੇਰੀ ਨੌਕਰੀ, ਮੇਰੇ ਬੱਚੇ, ਮੇਰਾ ਸਭ ਕੁਝ, ਮੇਰਾ ਸੁਸਾਇਟੀ ਦੇ ਵਿੱਚ ਸਟੇਟਸ ਹੈ, ਪਰ ਉਹ ਤੇ ਅਨੰਤ ਹੈ, ਉਹ ਤੇ ਅਥਾਹ ਹੈ ਜਿਹਨੇ ਸਾਨੂੰ ਪੈਦਾ ਕੀਤਾ। ਮੈਂ ਤੇ ਉਹਦੇ ਵਿੱਚ ਕੁਝ ਵੀ ਨਹੀਂ। ਫਿਰ ਸਾਡੇ 'ਚ ਬੜੀ ਨਿਮਰਤਾ ਆਉਂਦੀ। ਉਹ ਨਿਮਰਤਾ ਜਿਹੜੀ ਉਹ ਬਹੁਤ ਜ਼ਰੂਰੀ ਹੈ। ਅਸੀਂ ਦੇਖਿਆ ਕਿ ਜਪਜੀ ਸਾਹਿਬ ਵਿੱਚ ਨਿਮਰਤਾ ਤੇ ਬਹੁਤ ਜ਼ੋਰ ਕੀਤਾ ਹੈ। ਸੋ ਨਿਮਰਤਾ ਆਉਂਦੀ ਹੈ ਜਦੋਂ ਸਾਨੂੰ ਉਹਦੇ ਅਨੰਤਤਾ ਦਾ ਪਤਾ ਲੱਗਦਾ ਹੈ, ਔਰ ਇਹ ਪਤਾ ਲੱਗਦਾ ਹੈ ਕਿ ਬਈ ਜਿੰਨਾ ਕੁ ਸਾਨੂੰ ਪਤਾ ਇਹ ਕੁਝ ਵੀ ਨਹੀਂ ਹੈਗਾ। ਅਸੀਂ ਇੰਨਾ ਕੁਝ ਸਿੱਖ ਰਹੇ ਹਾਂ ਸਭ ਕੁਝ, ਪਰ ਇਹ ਕੁਝ ਵੀ ਨਹੀਂ। ਇਹਦੇ ਤੋਂ ਇਲਾਵਾ ਬਹੁਤ ਕੁਝ ਇਸ ਤੋਂ ਇਲਾਵਾ ਹੈਗਾ। ਫਿਰ ਸਾਡੇ 'ਚ ਬੜੀ ਨਿਮਰਤਾ ਆਉਂਦੀ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਤੇ ਕੁਝ ਵੀ ਨਹੀਂ ਹੈਗੇ। ਇਸ ਕਰਕੇ ਹੰਕਾਰ ਤਾਂ ਜਾਂਦਾ ਹੈ ਜਦੋਂ ਸਾਨੂੰ ਆਪਣੇ ਛੋਟੇਪਨ ਦਾ ਪਤਾ ਲੱਗਦਾ। ਸੋ ਜੇਕਰ ਮਤਲਬ ਹੈ ਕਿ ਇਹ ਚੀਜ਼ ਜਿਹੜੀ ਹੈ ਇਹ ਹਰ ਇਨਸਾਨ ਦੇ ਅੰਦਰ ਬੈਠ ਜਾਏ ਕਿ ਉਹ ਅਨੰਤ ਹੈ, ਉਹ ਅਥਾਹ ਹੈ, ਮੈਂ ਤੇ ਕੁਝ ਵੀ ਨਹੀਂ, ਫਿਰ ਕੀ ਇਹ ਸਾਡੇ ਸਮਾਜ ਦੇ ਵਿੱਚ ਫਿਰ ਚੇਂਜ ਆ ਸਕਦਾ। ਸਮਾਜ ਦੇ ਵਿੱਚ ਜਿਹੜੀ ਤੰਗ ਦੇ ਲਈ ਜਿਹੜੇ ਆਪਣਾ ਜਿਹੜੀ ਆਪਣਾ ਲਿਬਰਲ ਨਹੀਂ ਹੈਗੇ, ਫੈਨੇਟਿਕ ਨੇ, ਉਹ ਸਾਰਾ ਕੁਝ ਜਿਹੜਾ ਹੈ ਉਹ ਤਾਂ ਜਾ ਸਕਦਾ ਕਿਉਂਕਿ ਹਰ ਇੰਡੀਵਿਜੂਅਲ ਦੇ ਅੰਦਰ ਜਦੋਂ ਜਾਗਰੂਕਤਾ ਆਏਗੀ ਤੇ ਹਰ ਇੰਡੀਵਿਜੂਅਲ ਜਾਗਰੂਕਤਾ ਆਏਗੀ ਤਾਂ ਹਰ ਇਨਸਾਨ ਉਸ ਲੈਵਲ ਤੇ ਫਿਰ ਇੱਕ ਦੂਸਰੇ ਨੂੰ ਟ੍ਰੀਟ ਕਰੇਗਾ। ਜਦੋਂ ਉਸ ਲੈਵਲ ਤੇ ਟ੍ਰੀਟ ਕਰੇਗਾ ਤੇ ਇੱਕ ਬੜਾ ਸੁਧਾਰ ਹੋ ਜਾਏਗਾ ਸਮਾਜ ਦੇ ਵਿੱਚ। ਸੋ ਗਿਆਨ ਦੇ ਨਾਲ ਇਨਸਾਨ ਅਸਲ ਵਿੱਚ ਤੇ ਬੰਦਾ ਬਣਦਾ ਹੀ ਗਿਆਨ ਨਾਲ। ਉਸ ਤੋਂ ਬਿਨਾਂ ਤੇ ਅਗਿਆਨਤਾ ਦੇ ਨਾਲ ਤੇ ਅਸੀਂ ਆਪਣਾ ਪੰਬਲ ਭੂਸਿਆਂ ਵਿੱਚ ਹੀ ਪੈ ਰਹਿੰਦੇ ਹਾਂ। ਗਿਆਨ ਨਾ ਗੱਲੀ ਟੂੰਡੀਏ ਕਥਨਾ ਕਰ ਰਹਾ ਸਾਂ, ਕਰਮ ਮਿਲੇ ਤਾਂ ਪਾਈਓ ਹਿਕਮਤ ਹੁਕਮ ਖਵਾ। ਅੱਗੇ ਫਿਰ ਉਹ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਸਿਰਫ ਉੱਤੋਂ ਵਿਚਾਰ ਕਰਨ ਨਾਲ, ਉੱਤੋਂ ਸੁਣਨ ਨਾਲ ਗਿਆਨ ਜਿਹੜਾ ਹੈ ਉਹ ਅੰਦਰ ਨਹੀਂ ਜਾਂਦਾ। ਕਥਨਾ ਕਰੜਾ ਸਾਰ ਮਤਲਬ ਬੜੀ ਔਖੀ ਕਾਟੀ ਹੈ, ਬੜੀ ਉੱਚੀ ਕਾਟੀ ਹੈ ਜਿਹਦੇ ਚੜਨਾ ਫਿਰ ਕਹਿੰਦੇ ਨੇ ਨਾ ਖੰਡਿਓ ਤਿੱਖੀ ਵਾਲੋਂ ਨਿਕੀਤ ਮਾਰਗ ਚੱਲਣਾ। ਪਰ ਇਹਦੇ ਨਾਲ ਅਸੀਂ ਡਿਸਕਰੇਜ ਨਹੀਂ ਹੋਣਾ, ਬਲਕਿ ਅਸੀਂ ਇਹਦੇ ਵਿੱਚ ਹੋਰ ਗਹਿਰਾਈ ਵੀ ਜਾਣ ਦੀ ਕੋਸ਼ਿਸ਼ ਕਰਨੀ ਕਿ ਮੈਂ ਜ਼ਿਆਦਾ ਕੌਨਸੈਂਟਰੇਟ ਕਰਨਾ ਹੈ। ਜੋ ਮੈਂ ਪਾਠ ਕਰ ਰਿਹਾ ਵਾਂ, ਜੋ ਮੈਂ ਸੁਣ ਰਿਹਾ ਵਾਂ, ਜੋ ਮੈਂ ਵਿਚਾਰ ਸੁਣ ਰਿਹਾ ਵਾਂ, ਇਹਨੂੰ ਮੈਂ ਆਪਣੇ ਜੀਵਨ ਦੇ ਵਿੱਚ ਲਿਆਣਾ। ਐਕਚੁਅਲੀ ਜਿੰਨਾ ਚਿਰ ਜੀਵਨ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਤੁਸੀਂ ਸਮਝੋ ਕਿ ਉਹਨਾਂ ਚਿਰ ਤੇ ਇਨਫੋਰਮੇਸ਼ਨ ਨਹੀਂ ਹੈਗੀ। ਇਹ ਉਦੋਂ ਹੀ ਹੈ ਜਦੋਂ ਸਾਡੇ ਜੀਵਨ ਵਿੱਚ ਆ ਜਾਂਦਾ ਹੈ
ਤੇ ਫਿਰ ਉਹ ਸਾਡੇ ਤੇ ਅਸਰ ਹੁੰਦਾ ਹੈ, ਤੇ ਫਿਰ ਉਹ ਗਿਆਨ ਕੀ ਆਂਦੀ ਵਾਲੀ ਗੱਲ ਜਿਹੜੀ ਹੈ ਉਹ ਤਾਂ ਹੁੰਦੀ ਹੈ। ਸੋ ਗੁਰੂ ਦੀ ਮਿਹਰ ਤੇ ਹਾਂ, ਇਹਦੇ ਵਾਸਤੇ ਸਾਨੂੰ ਗ੍ਰੇਸ ਤੋਂ ਬਿਨਾ ਸਾਡੇ ਅੰਦਰ ਉਹ ਨਾ ਤੇ ਸਮਝ ਆਉਂਦੀ ਹੈ, ਨਾ ਉਹ ਸ਼ੌਕ ਪੈਦਾ ਹੁੰਦਾ। ਸੋ ਇਹ ਚੀਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਕੁਝ ਵੀ ਕਰੀਏ, ਗੁਰਬਾਣੀ ਪੜ੍ਹੀਏ, ਗੁਰਬਾਣੀ ਸੁਣੀਏ, ਮੈਂ ਦੇਖਿਆ ਕਿ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ ਅਸੀਂ ਗਹਿਰਾਈ ਵਿੱਚ ਨਹੀਂ ਜਾਂਦੇ, ਉਹਨਾਂ ਚਿਰ ਮਨ ਵੀ ਨਹੀਂ ਲੱਗਦਾ, ਅਸੀਂ ਗਹਿਰਾਈ ਵਿੱਚ ਵੀ ਨਹੀਂ ਜਾਂਦੇ। ਸੋ ਇਹ ਬੜਾ ਜ਼ਰੂਰੀ ਹੈ ਕਿ ਗੁਰੂ ਦੀ ਮਿਹਰ, ਗੁਰੂ ਦੀ ਕਿਰਪਾ, ਗੁਰੂ ਦੀ ਗ੍ਰੇਸ ਜਿਹੜੀ ਹੈ ਉਹ ਅਸੀਂ ਹਰ ਵੇਲੇ ਮੰਗਦੇ ਰਹਿਣਾ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼। ਇਹ ਫਿਰ ਮਤਲਬ ਸਾਰੀ ਬਾਣੀ ਇਹ ਗਿਆਨ ਤੇ ਹੀ ਹੈ ਕਿ ਗਿਆਨ ਦਾ ਲਾਭ ਕੀ ਹੈ। ਤੁਸੀਂ ਦੇਖੋ, ਜੇਕਰ ਮਤਲਬ ਪਹਿਲਾਂ ਤਾਂ ਸਭ ਸੁਰਮੇ ਦਾ, ਹੁਣ ਅੱਜ ਕੱਲ ਤਾਂ ਕੋਈ ਸੁਰਮਾ ਨਹੀਂ ਪਾਉਂਦਾ, ਪਹਿਲਾਂ ਤਾਂ ਸੁਰਮਾ ਜਿਹੜਾ ਉਹਦਾ ਬੜਾ ਰਿਵਾਜ ਹੁੰਦਾ ਸੀ। ਲੋਕੀ ਕਹਿੰਦੇ ਸੀ ਕਿ ਅੱਖਾਂ ਨੂੰ ਠੀਕ ਕਰਨ ਵਾਸਤੇ ਸੁਰਮਾ ਪਾਣਾ, ਤੇ ਜੇਕਰ ਅੱਖਾਂ ਨੂੰ ਠੀਕ ਕਰਨ ਵਾਸਤੇ ਸੁਰਮਾ ਪਾਣਾ ਤੇ ਅਗਿਆਨ ਨੂੰ ਦੂਰ ਕਰਨ ਵਾਸਤੇ ਕਾਹਦਾ ਸੁਰਮਾ ਪਾਣਾ? ਗਿਆਨ ਦਾ। ਅਗਿਆਨ ਨੂੰ ਦੂਰ ਕਰਨ ਵਾਸਤੇ ਗਿਆਨ ਦਾ ਸੁਰਮਾ ਪਾਣਾ। ਸੋ ਬਾਣੀ ਤੇ ਸਾਰੀ ਵੈਸੇ ਗਿਆਨ ਹੈ, ਪਰ ਅਸੀਂ ਕੁਝ ਇੰਪੋਰਟੈਂਟ ਤੁਕਾਂ ਇਸ ਕਰਕੇ ਲਈਆਂ ਨੇ ਜਿਹੜਾ ਕਿ ਉਹਨੂੰ ਇਲੈਬੋਰੇਟ ਕਰਨ ਲੱਗਿਆ ਉਹਦੀ ਵਿਆਖਿਆ ਜਿਹੜੀ ਹੈ ਉਹ ਬਹੁਤ ਹੋ ਸਕਦੀ ਹੈ। ਔਰ ਕੁਝ ਜਿਹੜੇ ਨੇ, ਕੁਝ ਇਸ ਤਰ੍ਹਾਂ ਦੇ ਟਰੂਥ ਹੁੰਦੇ ਨੇ ਕਿ ਜਿਹੜੇ ਸਾਨੂੰ ਯਾਦ ਵੀ ਰਹਿ ਜਾਂਦੇ ਨੇ, ਅੰਦਰ ਚਲੇ ਜਾਂਦੇ ਨੇ, ਔਰ ਫਿਰ ਉਹ ਤਾਂ ਅਸੀਂ ਫਿਰ ਗਹਿਰਾਈ ਵਿੱਚ ਜਾਂਦੇ ਹਾਂ। ਗਹਿਰਾਈ ਵਿੱਚ ਜਾਣਾ ਹੀ ਮੇਨ ਚੀਜ਼ ਹੈਗੀ ਹੈ। ਔਰ ਕਿਸ ਤਰ੍ਹਾਂ ਜਾਇਆ ਜਾਏ ਇਹ ਅਸੀਂ ਅੱਗੇ ਵੀ ਕਈ ਡਿਸਕਸ ਕਰ ਚੁੱਕੇ ਹਾਂ, ਔਰ ਫਿਰ ਵੀ ਅੱਗੋਂ ਵੀ ਅਸੀਂ ਇਹ ਡਿਸਕਸ ਕਰਦੇ ਰਹਾਂਗੇ ਗਹਿਰਾਈ ਵਿੱਚ ਕਿਵੇਂ ਜਾਣਾ। ਕਿਉਂਕਿ ਜਿੰਨਾ ਚਿਰ ਅਸੀਂ ਗਹਿਰਾਈ ਵਿੱਚ ਨਹੀਂ ਜਾਂਦੇ ਉਹਨਾਂ ਚਿਰ ਕੀ ਹੈ ਕਿ ਉੱਤੇ ਉੱਤੇ we should take it very seriously only then। ਸੋ ਅਸੀਂ ਦੇਖਦੇ ਹਾਂ ਕਿ ਬਈ ਜਿਹੜਾ ਅਗਿਆਨ ਦਾ ਅੰਧੇਰਾ ਦੂਰ ਕਰਨ ਵਾਸਤੇ ਸਾਨੂੰ ਗਿਆਨ ਦੀ ਰੋਸ਼ਨੀ ਜਿਹੜੀ ਹੈ ਉਹਨੂੰ ਢੂੰਡਣ ਵਾਸਤੇ ਬੜੇ ਅਲਰਟ ਹੋਣਾ ਪਵੇਗਾ। कुंभे बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान। ਇਹ ਸਾਰਾ ਮਤਲਬ ਗਿਆਨ ਨੂੰ ਸਾਰਾ ਡਿਸਕਸ ਕਰ ਰਿਹਾ ਹੈਗਾ ਵੇ ਕਿ ਜਿਸ ਤਰ੍ਹਾਂ ਜਲ ਨੂੰ ਕੰਟੇਨ ਕਰਨ ਵਾਸਤੇ ਘੜਾ ਚਾਹੀਦਾ, ਕੁੰਭ ਜਿਹੜਾ ਨਹੀਂ ਬਣ ਸਕਦਾ, ਜਲ ਨੂੰ ਕੰਟੇਨ ਵਾਸਤੇ ਜਲ ਜਿਹੜਾ ਕੁੰਭ ਵਾਸਤੇ ਜ਼ਰੂਰੀ ਹੈ, ਲੇਕਿਨ ਜਲ ਨੂੰ ਰੱਖਣ ਵਾਸਤੇ ਘੜਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ गुरु तो बिना कुंभे बदा जल रहा है, जल बिन कुंभ ना होए, ज्ञान का बदा मन रहा है, गुर बिन ज्ञान ना। एक्चुअली जिथे मन आंदा है ना उत्थे बड़ी इंपोर्टेंस हो जाती है ज्ञान की, क्योंकि एक्चुअली सारा काम मन नाल ही हो गया। तुसी ये देखो कि आत्मा का जिहड़ा इंस्ट्रूमेंट है जिहदे नाल आत्मा सारा ज्ञान, सारी इन्फॉर्मेशन ले दे रही है, वो तो मन ही। जे साडा मन जिन्ना को निर्मल है, जिन्ना को क्लियर है, जिन्ना को इंटेंसिटी क्लैरिटी बड़ी जरूरी है। जिन्ना चਿਰ मन में क्लैरिटी नहीं, जिन्हों असीं फिर विवेक बुद्धि कहने, विवेक बुद्धि दे के असीं क्लीयर करना। क्लैरिटी साडी प्रैक्टिस नालों ज्यादा क्लैरिटी जरूरी है, क्योंकि भावें असीं थोड़े तो थोड़ा पढ़िए, थोड़े तो थोड़ा सुनिए, पर ओदी क्लैरिटी इन्नी होवे कि जिन्ना असीं पढ़िए जां सुनिए वो मेरा जीवन दा पार्ट बन जाए। मतलब वो इस तरह बन जाए कि वो मेरा मन करे कि मैं हर वेले ਇਹਦੇ ਵਿੱਚ ਇਹਦੀ ਪ੍ਰੈਕਟਿਸ ਕਰਦਾ, ਕਿਉਂਕਿ ਹੌਲੀ ਹੌਲੀ ਕਰਦਿਆਂ ਸ਼ੌਕ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਫਿਰ ਕਹਿੰਦੇ ਨੇ ਨਥਿੰਗ ਇਜ਼ ਸਵੀਟਰ ਦੈਨ ਦੈਟ। ਸਭ ਤੋਂ ਜਿਹੜੀ ਸਵੀਟ ਉਹ ਚੀਜ਼ ਹੈ ਜਿਹੜੀ ਕਿ ਮੈਨੂੰ ਮੇਰੇ ਜੀਵਨ ਦੇ ਪਰਪਸ ਨੂੰ ਗੇਨ ਕਰ ਰਹੀ ਹੈ। ਮੈਂ ਆਪਣੇ ਜੀਵਨ ਦੇ ਮੰਤਵ ਆਸ਼ੇ ਵੱਲ ਜਾ ਰਿਹਾ ਹਾਂ, ਔਰ ਮੇਰੇ ਜੀਵਨ ਦਾ ਆਸ਼ਾ ਤੇ ਹੀ ਹੈ ਕਿ ਮੈਨੂੰ ਇਹ ਜੀਵਨ ਕਿਸ ਵਾਸਤੇ ਮਿਲਿਆ, ਕਿਉਂ ਮਿਲਿਆ। ਔਰ ਐਕਚੁਅਲੀ ਕੀ ਹੁੰਦਾ ਕਿ ਜਦੋਂ ਇੱਕ ਵਾਰੀ ਜੀਵਨ ਮਿਲ ਜਾਂਦਾ ਹੈ
ਤੇ then we take it for granted, ਅਸੀਂ ਫਿਰ ਭੁੱਲ ਹੀ ਜਾਂਦੇ ਹਾਂ। ਫਿਰ ਸਾਨੂੰ ਬਾਰ-ਬਾਰ ਗੁਰਬਾਣੀ ਯਾਦ ਕਰਾਉਂਦੀ ਹੈ ਕਿ ਇਹ ਜੀਵਨ ਜਿਹੜਾ 84 ਲੱਖ ਜੀਵਨ ਪਿੱਛੋਂ ਤੁਹਾਨੂੰ ਮਿਲਿਆ, ਔਰ ਫਿਰ ਤੁਹਾਨੂੰ ਫਿਰ ਕੋਈ ਮੌਕਾ ਨਹੀਂ ਮਿਲਣਾ ਹੈਗਾ ਕਿ ਤੁਸੀਂ ਫਿਰ ਮਤਲਬ ਜੋ ਤੁਹਾਨੂੰ ਅੱਜ ਕਰ ਸਕਦੇ ਫਿਰ ਤੁਸੀਂ ਕਰ ਸਕੋ। ਤਾਂ ਇਸ ਕਰਕੇ ਮਨ ਜਿਹੜਾ ਮਨ ਇਸ ਤਰ੍ਹਾਂ ਦਾ ਤਿਆਰ ਹੋਵੇ, ਇੱਕ ਤੇ ਮਨ ਨਿਰਮਲ ਹੋਵੇ, ਪਿਓਰ ਹੋਵੇ, ਦੂਸਰਾ ਮਨ ਦੀਆਂ ਵ੍ਰਿਤੀਆਂ ਇੰਨੀਆਂ ਤਿੱਖੀਆਂ ਹੋ ਜਾਣ, ਉਹ ਸਾਰੀਆਂ ਵ੍ਰਿਤੀਆਂ ਜਿਹੜੀਆਂ ਕਿ ਅਸੀਂ ਪਿਛਲੇ ਵਾਰ ਡਿਸਕਸ ਕੀਤੀਆਂ ਸੀ, ਜਿਹੜੀਆਂ ਸਾਰੀਆਂ ਟੈਂਡੈਂਸੀਜ਼ ਨੇ ਸਾਰੀਆਂ, ਉਹ ਜਿਹੜੀਆਂ ਨੇ ਨਿਕਲ ਜਾਣ, ਔਰ ਜਿਹੜੀਆਂ ਨੇ ਨਾ ਪਵਿੱਤਰ ਵ੍ਰਿਤੀਆਂ ਜਿਹੜੀਆਂ ਨੇ ਉਹ ਸਾਡੇ ਅੰਦਰ ਸਾਰੀਆਂ ਐਂਟਰ ਹੋ ਜਾਣ, ਤਾਂ ਕਿ ਅਸੀਂ ਉਸ ਗਿਆਨ ਨੂੰ ਸਮਝ ਸਕੀਏ ਔਰ ਸਮਝ ਕੇ ਉਹਨੂੰ ਆਪਣੇ ਜੀਵਨ ਵਿੱਚ ਲਗਾ ਸਕੀਏ। ਜੀਵਨ ਵਿੱਚ ਲਗਾਉਣਾ ਥੋੜਾ ਮੁਸ਼ਕਲ ਨਹੀਂ, ਕਾਫੀ ਮੁਸ਼ਕਲ ਹੈ, ਪਰ ਪ੍ਰੈਕਟਿਸ ਦੇ ਨਾਲ ਮੈਂ ਦੇਖਿਆ ਕਿ ਪ੍ਰੈਕਟਿਸ ਦੇ ਨਾਲ ਸਭ ਕੁਝ ਪੋਸੀਬਲ ਹੋ ਜਾਂਦਾ। ਇੱਕ ਵਾਰੀ ਸ਼ੁਰੂ ਚ ਇਸ ਤਰ੍ਹਾਂ ਲੱਗਦਾ ਕਿ ਬੜਾ ਮੁਸ਼ਕਲ ਹੈ, ਪਰ ਇੱਕ ਵਾਰੀ ਸਮਝ ਆਣੀ ਜਦੋਂ ਸ਼ੁਰੂ ਹੋ ਜਾਂਦੀ ਹੈ ਨਾ, ਜਿਵੇਂ ਅਸੀਂ ਮੈਥ ਕਰ ਰਹੇ ਹਾਂ ਨਾ, ਅਸੀਂ 2 and 2 plus 2 4 ਹੈ, ਸ਼ੁਰੂ ਵਿੱਚ ਸਾਨੂੰ ਉਹ ਥੋੜਾ ਮੁਸ਼ਕਿਲ ਲੱਗਦਾ ਜਦ, ਲੇਕਿਨ ਜਦੋਂ ਸਾਨੂੰ ਪ੍ਰੈਕਟਿਸ ਹੋ ਜਾਂਦੀ ਹੈ ਤੇ ਅਸੀਂ ਗਣਿਤ ਵਿੱਚ ਇੰਨੇ ਮਾਹਿਰ ਹੋ ਜਾਂਦੇ ਹਾਂ ਕਿ ਅੱਖਾਂ ਬੰਦ ਕਰਕੇ ਅਸੀਂ ਸਾਰਾ ਹਿਸਾਬ ਕਿਤਾਬ ਜਿਹੜਾ ਕਰ ਲੈਂਦੇ। ਸੋ ਇਸੇ ਤਰ੍ਹਾਂ ਹੀ ਜਦੋਂ ਥੋੜਾ ਜਿਹਾ ਗੁਰਬਾਣੀ ਦੇ ਵਿੱਚ ਅਸੀਂ ਗਹਿਰਾਈ ਵਿੱਚ ਜਾਣਾ ਸ਼ੁਰੂ ਕਰ ਦਈਏ, ਔਰ ਗਹਿਰਾਈ ਵਿੱਚ ਜਾਣਾ ਗਿਆਨ ਨਾਲ ਹੀ ਹੈ, ਉਸ ਗਿਆਨ ਨੂੰ ਸਮਝਣਾ, ਉਹਨੂੰ ਆਪਣੇ ਜੀਵਨ ਵਿੱਚ ਲਗਾਉਣਾ, ਔਰ ਉਹ ਜੀਵਨ ਜਿਹੜਾ ਉਹ ਸਾਡਾ ਜਿਹੜਾ ਨਾ ਸਾਡੀ ਲਾਈਫ ਉਹ ਹੀ ਬਣ ਜਾਵੇ। ਹੁਣ ਇਹ ਨਹੀਂ ਕਿ ਬਈ ਮੈਂ ਸੁਣਿਆ ਠੀਕ ਹੈ, ਵੀ ਇਹ ਪਾਠ ਹੈ ਮੈਂ ਕੀਤਾ, ਮੈਂ ਸੁਣਿਆ ਠੀਕ ਹੈ, ਨਹੀਂ, ਮੈਂ ਹਰ ਰੋਜ਼ ਇਹ ਦੇਖਣਾ ਹੈ ਕਿ ਮੇਰੇ ਵਿੱਚ ਚੇਂਜ ਕਿੰਨਾ ਕੁ ਹੈ। ਜੇ ਮੇਰੇ ਵਿੱਚ ਚੇਂਜ ਨਹੀਂ ਆਇਆ ਤੇ ਮੈਂ ਸੋਚਣਾ ਹੈ ਕਿ ਮੈਂ ਕੀ ਤਰੀਕਾ ਹੈ, ਕਿੱਥੇ ਗਲਤੀ ਹੈ, ਕਿੱਥੇ ਵੀਕਨੈਸ ਹੈ, ਜਿਹਨੂੰ ਮੈਂ ਇੰਪਰੂਵ ਕਰਨਾ। ਸੋ ਬ੍ਰਹਮ ਗਿਆਨ ਨੂੰ ਕਿਹਾ ਗਿਆ ਹੈ ਕਿ ਹਾਈਐਸਟ ਗਿਆਨ ਜਿਹੜਾ ਉਹ ਬ੍ਰਹਮ ਗਿਆਨ। ਤੋ ਜੋ ਅਸੀਂ ਡਿਸਕਸ ਕਰ ਰਹੇ ਹਾਂ ਇਹ ਬ੍ਰਹਮ ਗਿਆਨ ਹੀ ਹੈ, ਅਸੀਂ ਹੋਰ ਤਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਜਿਹੜਾ ਬ੍ਰਹਮ ਗਿਆਨੀ ਹੈ, ਜਿਹਨੇ ਬ੍ਰਹਮ ਦੇ ਗਿਆਨ ਨੂੰ ਜਾਣ ਲਿਆ ਹੈ, ਔਰ ਜਿਹਨੇ ਉਹਨੂੰ ਆਪਣੇ ਜੀਵਨ ਵਿੱਚ ਢਾਲ ਲਿਆ ਹੈ, ਉਹਨੂੰ ਤੇ ਬੜਾ ਉੱਚਾ ਦਰਜਾ ਦਿੱਤਾ ਗਿਆ, ਮਤਲਬ ਉਹਨੂੰ ਤੇ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ, ਕਿਉਂਕਿ ਉਹਦੇ ਵਿੱਚ ਉਹ ਸਾਰੇ ਗੁਣ ਆ ਗਏ ਨੇ ਜਿਹੜੇ ਪਰਮੇਸ਼ਰ ਵਿੱਚ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਕਿਸਮ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੈ। ਹੁਣ ਇਹਦੇ ਵਿੱਚ ਦੱਸ ਰਹੇ ਨੇ ਕਿ ਕੁਆਲਿਟੀਜ਼ ਕੀ ਨੇ ਜਿਹੜੀਆਂ ਬ੍ਰਹਮ ਗਿਆਨੀ ਦੀਆਂ ਨੇ। ਹੁਣ ਅਸੀਂ ਇਹ ਨਾ ਸੋਚੀਏ ਕਿ ਬ੍ਰਹਮ ਗਿਆਨੀ ਦੀਆਂ ਕੁਆਲਿਟੀਜ਼ ਨੇ ਉਹਨੂੰ ਹੀ ਚਾਹੀਦੀਆਂ ਨੇ, ਇਹ ਕੁਆਲਿਟੀਜ਼ ਸਾਨੂੰ ਚਾਹੀਦੀਆਂ ਹੈਗੀਆਂ ਨੇ। ਇਸ ਕਰਕੇ ਬਾਣੀ ਦੇ ਵਿੱਚ ਦਿੱਤਾ ਗਿਆ ਕਿ ਮੁਖ ਸਾਚਾ, ਮਨ ਸਾਚਾ ਮੁਖ ਸਾਚਾ ਸੋਏ। ਤੇ ਮਨ ਜਿਹੜਾ ਹੈ, ਮਨ ਦੀ ਪਵਿੱਤਰਤਾ ਇੰਨੀ ਹੋਵੇ ਕਿ ਮਨ ਦੇ ਵਿੱਚੋਂ ਉਹ ਸਾਰੇ ਵਿਕਾਰ ਜਿਹੜੇ ਨੇ, ਉਹ ਸਾਰੀਆਂ ਟੈਂਡੈਂਸੀ ਜਿਹੜੀਆਂ ਨੇ ਸਾਡਾ ਰਸਤਾ ਰੋਕਿਆ ਹੋਇਆ ਹੈ, ਉਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਨਿਕਲ ਜਾਣ। ਮੁਖ ਸਾਚਾ ਸੋਏ ਕਿ ਸਾਡੇ ਕੋਲੋਂ ਕੋਈ ਐਸਾ ਸ਼ਬਦ ਨਾ, ਨੈਗੇਟਿਵ ਸ਼ਬਦ ਨਾ ਨਿਕਲਣ, ਮਤਲਬ ਇਹ ਗਲਤ ਸ਼ਬਦ ਨਾ ਨਿਕਲਣ, ਫਿੱਕੇ ਸ਼ਬਦ ਨਾ ਨਿਕਲਣ। ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋ। ਸੋ ਫਿੱਕੇ ਸ਼ਬਦ ਨਾ ਬੋਲੀਏ, ਨੈਗੇਟਿਵ ਸ਼ਬਦ ਨਾ ਬੋਲੀਏ। ਮਨ ਸਾਚਾ, ਮਨ ਵੀ ਮੁੱਖ, ਮਤਲਬ ਗੱਲ ਵੀ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਪੋਜ਼ਿਟਿਵ ਹੋਏ, ਬ੍ਰਹਮ ਦੀ ਹੋਏ। ਔਰ ਮਨ ਜਿਹੜਾ, ਮਨ ਦੀ ਪਵਿੱਤਰਤਾ ਜਿਹੜੀ ਹੈ ਉਹ ਤੇ ਜ਼ਰੂਰੀ ਵੀ ਹੈ, ਗਹਿਰੀ ਵੀ ਹੈ, ਔਰ ਸਾਨੂੰ ਬਹੁਤ ਸਾਰੀ ਮਿਹਨਤ ਜਿਹੜੀ ਹੈ ਮਨ ਤੇ ਹੀ ਕਰਨੀ, ਕਿਉਂਕਿ ਅਸੀਂ ਦੇਖਿਆ ਮਨ ਨੂੰ ਸਮਝਾਉਣਾ ਜਿਹੜਾ ਬੜਾ ਮੁਸ਼ਕਿਲ। ਅਸੀਂ ਦੇਖਿਆ ਸੀ ਨਾ ਮਨ ਤੇ, ਮਤਲਬ ਪਹਿਲਾਂ ਅਸੀਂ ਲੈਕਚਰ ਕੀਤਾ ਸੀ ਕੀ ਸੀ, ਮਨ ਅੰਧੇ ਕੁੱਤੇ ਕੁੜਿਆਰ, ਮਨ ਖੁੱਟਹਰ ਤੇਰਾ ਵਿਸਾਸ ਨਹੀਂ। ਕਿਉਂਕਿ ਮਨ ਨੂੰ ਜੇਕਰ ਉਹਦੇ ਚ ਵ੍ਰਿਤੀਆਂ ਜਿਹੜੀਆਂ ਹੈਗੀਆਂ ਨੇ ਉਹ ਲੋਹ ਨੇ, ਵ੍ਰਿਤੀਆਂ ਜਿਹੜੀਆਂ ਨੇ ਕਾਮ ਕ੍ਰੋਧ ਲੋਭ ਹੰਕਾਰ ਦੀਆਂ ਨੇ, ਤੇ ਫਿਰ ਮਨ ਨੂੰ ਇਸ ਤਰ੍ਹਾਂ ਆਪਣਾ ਐਕਸਪਲੇਨ ਕੀਤਾ ਜਾਂਦਾ ਹੈ। ਲੇਕਿਨ ਜੇ ਮਨ ਜਿਹੜਾ ਹੈਗਾ ਏ, ਉਹੀ ਮਨ ਜਿਹੜਾ ਹੈ ਜਦੋਂ ਉਹਦੇ ਵਿੱਚ ਗੁਰਬਾਣੀ ਦਾ ਅਸਰ ਆ ਜਾਂਦਾ ਹੈ, ਮਨ ਪਵਿੱਤਰ ਹੋ ਜਾਂਦਾ, ਤੇ ਉਹਨੂੰ ਫਿਰ ਕਹਿਣਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਉਹੀ ਮਨ ਜਿਹੜਾ ਹੈ ਉਹ ਜੋਤ ਸਰੂਪ ਬਣ ਜਾਂਦਾ। ਸੋ ਉਹ ਜੋਤ ਸਰੂਪ ਬਣਨ ਵਾਸਤੇ
ਫਿਰ ਸਾਨੂੰ ਬਾਰ-ਬਾਰ ਉਹੀ ਆਉਂਦਾ ਹੈ ਕਿ ਪ੍ਰੈਕਟਿਸ ਦੀ ਲੋੜ ਹੈ, ਸਮਝਣ ਦੀ ਲੋੜ ਹੈ ਔਰ ਕਾਂਸਟੈਂਟ ਪ੍ਰੈਕਟਿਸ ਦੀ ਲੋੜ ਹੈ, ਕਿਉਂਕਿ ਪ੍ਰੈਕਟਿਸ ਤੋਂ ਬਿਨਾਂ ਜਿੰਨਾ ਚਿਰ ਅਸੀਂ ਕਈ ਤਰੀਕੇ ਨੇ ਜਿਹਦੇ ਨਾਲ ਜ਼ਿਆਦਾ ਇਫੈਕਟਿਵ ਪ੍ਰੈਕਟਿਸ ਹੋ ਸਕਦੀ ਹੈਗੀ ਹੈ। ਫਿਰ ਅਸੀਂ ਕਿਸੇ ਦਿਨ ਡਿਸਕਸ ਕਰਾਂਗੇ, ਕਿਉਂਕਿ ਉਹਨਾਂ ਦੇ ਨਾਲ ਦੇ ਆਰ ਵੈਰੀ ਸਾਇੰਟੀਫਿਕ ਔਰ ਬੜੇ ਗਹਿਰੇ ਨੇ ਜਿਹੜੇ ਕਿ ਸਾਡੇ ਸੰਤਾਂ ਭਗਤਾਂ ਨੇ ਅਪਣਾਏ ਨੇ, ਕਿਉਂਕਿ ਉਹਦੇ ਵਿੱਚ ਕਿਧਰੇ ਵੀ ਉਹਨਾਂ ਨੇ ਖੋਲ ਕੇ ਨਹੀਂ ਦਿੱਤਾ। ਉਹਨਾਂ ਨੇ ਇੱਕ ਮੋਟੇ ਤਰੀਕੇ ਨਾਲ ਤਾਂ ਦੇ ਦਿੱਤਾ ਹੈ ਕਿਉਂਕਿ ਹਰ ਆਦਮੀ ਦੀ ਨੇਚਰ ਵੱਖਰੀ ਹੁੰਦੀ ਹੈ, ਉਹਦਾ ਤਰੀਕਾ ਵੱਖਰਾ ਹੁੰਦਾ ਹੈ, ਇਸ ਕਰਕੇ ਕਿਸੇ ਨੇ ਆਪਣਾ ਤਰੀਕਾ ਨਹੀਂ ਦਿੱਤਾ। ਪਰ ਕੁਝ ਤਰੀਕੇ ਜਿਹੜੇ ਨੇ ਉਹ ਮਤਲਬ ਬੜੇ ਸਿੰਪਲ ਨੇ, ਜਿਹੜੇ ਕਿ ਅਸੀਂ ਅਡੋਪਟ ਕਰੀਏ ਤੇ ਅਸੀਂ ਗਹਿਰਾਈ ਦੇ ਵਿੱਚ ਜਾ ਸਕਦੇ ਹਾਂ। ਸੋ ਪੂਰਬ ਦੇ ਵਿੱਚ ਜਿਹੜੀ ਹੈ ਉਹ ਗਿਆਨ ਦਾ ਅਨੁਭਵ ਹੈ, ਔਰ ਪੱਛਮ ਦੇ ਵਿੱਚ ਪੂਰਬ ਦੇ ਵਿੱਚ ਜਿਹੜੀ ਪੱਛਮ ਦੇ ਵਿੱਚ ਸੂਚਨਾ, ਇੱਥੇ ਇਨਫੋਰਮੇਸ਼ਨ ਹੈ। ਮਤਲਬ ਇਹ ਲੈਵਲ ਹੈ ਹੈਗਾ ਹੈ ਕਿ ਵੈਸੇ ਅਧਿਆਤਮ ਜਿਹੜਾ ਹੈ ਨਾ ਉਹ ਇੰਡੀਆ ਦਾ ਜਿਹੜਾ ਬੜਾ ਗਹਿਰਾ ਅਧਿਆਤਮ ਮੰਨਿਆ ਗਿਆ ਹੈ। ਦੂਸਰੇ ਮੁਲਕਾਂ ਤੇ ਹੀ ਕਿਹਾ ਗਿਆ ਕਿ ਉਹ ਮੁਲਕ ਜਿਹੜੇ ਹੈਗੇ ਨੇ ਉਹ ਜ਼ਿਆਦਾ ਉਹਨਾਂ ਦਾ ਵਿਚਾਰ ਜਿਹੜਾ ਉਹ ਸਕਸੈਸ ਵੱਲ, ਮਟੀਰੀਅਲਿਜ਼ਮ ਵੱਲ। ਸੋ ਜੇ ਅਸੀਂ ਮਤਲਬ ਬਿਲੋਂਗ ਕਰਨੇ ਇਹੋ ਜਿਹੇ ਕੰਟਰੀ ਨੂੰ, ਇਹਨੇ ਪਵਿੱਤਰ ਕੰਟਰੀ ਨੂੰ ਜਿਹੜਾ ਕਿ ਸੈਂਟਰ ਹੈਗਾ ਵੇ, ਆਤਮਿਕ ਸੈਂਟਰ ਹੈ, ਜਿੱਥੇ ਸਾਰੀ ਪ੍ਰੋਗਰੈਸ ਹੋਈ ਹੈ, ਜਿੱਥੇ ਸਾਰੇ ਵੇਦ ਰਚੇ ਗਏ ਨੇ, ਜਿੱਥੇ ਸਾਡੇ ਇੰਨੇ ਸੰਤ ਹੋਏ ਨੇ, ਤਾਂ ਕੁਦਰਤੀ ਹੈ ਕਿ ਸਾਡੇ ਵਿੱਚ ਉਹ ਜੀਨਸ ਤੇ ਹੈਗੇ ਨੇ। ਸੋ ਅਸੀਂ ਹੁਣ ਹੌਲੀ ਕਰ ਕਰਕੇ ਅਸੀਂ ਉਸ ਗਹਿਰਾਈ ਵਿੱਚ ਜਾ ਰਹੇ ਹਾਂ ਤਾਂ ਕਿ ਅਸੀਂ ਉੱਥੋਂ ਤੱਕ ਪਹੁੰਚ ਸਕੀਏ ਕਿ ਮਨ ਮੁੱਖ ਜਿਹੜਾ ਹੈ ਉਹ ਸਾਡਾ ਜਿਹੜਾ ਹੈਗਾ ਜੋ ਕਿਹਾ ਗਿਆ ਉਸ ਤਰ੍ਹਾਂ ਹੋ ਸਕੇ। ਅੱਗੇ ਉਹਨਾਂ ਕਿਹਾ ਪੜ ਗੱਡੀ ਲੱਦੀਏ, ਪੜ ਭਰੀਏ ਸਾਜ਼, ਪੜ ਬੇਰੀ ਪਾਈਏ। ਸੋ ਇਹਦੇ ਵਿੱਚ ਫਿਰ ਇੱਕ ਉਹਨਾਂ ਨੇ ਥੋੜੀ ਜਿਹੀ ਸਾਨੂੰ ਸਿੱਖਿਆ ਦਿੱਤੀ ਹੈ, ਥੋੜੀ ਜਿਹੀ ਚੋਟ ਵੀ ਮਾਰੀ ਹੈ ਕਿ ਬਈ ਸਿਰਫ ਇਹੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਸਿਰਫ ਇਹ ਹੀ ਨਹੀਂ ਕਿ ਅਸੀਂ ਪੜ ਲਿਆ, ਅਸੀਂ ਸੁਣ ਲਿਆ, ਉਹ ਧਾਰਨ ਹੋਇਆ ਕਿ ਨਹੀਂ। ਜਦੋਂ ਧਾਰਨ ਹੋ ਜਾਏਗਾ, ਜਦੋਂ ਸਾਨੂੰ ਅੰਦਰ ਬਾਹਰ ਉਹੀ ਦਿਸੇਗਾ, ਤੇ ਕੁਦਰਤੀ ਗੱਲ ਹੈਗੀ ਕਿ ਮੇਰੇ ਵਿੱਚੋਂ ਹੰਕਾਰ ਜਾਏਗਾ। ਜਦੋਂ ਹੰਕਾਰ ਜਾਏਗਾ, ਮਨ ਨਿਰਮਲ ਹੋਏਗਾ, ਤੇ ਫਿਰ ਮੇਰਾ ਮਨ ਹੋਰ ਕਰੇਗਾ, ਮੈਂ ਹੋਰ ਅੱਗੇ ਚੱਲਾਂ, ਹੋਰ ਅੱਗੇ ਚੱਲਾਂ, ਔਰ ਮੈਂ ਫਿਰ ਕਈ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਉਹ ਗਿਆਨ ਕਰਨ ਵਾਸਤੇ ਆਪਣਾ ਕੋਸ਼ਿਸ਼ ਕਰਾਂਗਾ। ਅੱਗੇ ਕਬੀਰ ਜੀ ਲਿਖਦੇ ਨੇ, ਮਨ ਜਾਣੇ ਸਭ ਬਾਤ, जानत ही अवगन करे, काहे की बिसलात, हाथ दीप कुएं परे। सो एक्चुअली ये बड़ी अच्छी एक उन्होंने चोट मारी है साडे ते ही कि भाई मन जाने सब बात। ये ते पता है बाणी की कह रही है, ये ते पता है असी क्यों इत्थे आए हैं, ये ते पता है असी की करना है, ये ते पता है भाई एक लाइफ बड़ी टेंपरेरी है, बहुत छोटी है, कुछ पता ही नहीं हैगा। ये भी जरूरी नहीं कि ਅਸੀਂ ਜ਼ਰੂਰ ਮਤਲਬ 올ਡ ਏਜ ਤੱਕ ਹੀ ਜਾਣਾ ਹੈ, ਪਤਾ ਹੀ ਨਹੀਂ ਹੈਗਾ ਕਿਸੇ ਵੀ। ਇਹ ਇਨਫੋਰਮੇਸ਼ਨ ਸਾਨੂੰ ਸਭ ਨੂੰ ਹੈਗੀ ਹੈ ਕਿ ਐਂਡ ਕੀ ਹੈ, ਜੀਵਨ ਦਾ ਐਂਡ ਕੀ ਹੈ, ਜੀਵਨ ਦਾ ਅੰਤ ਜਿਹੜਾ ਹੈ, ਜੀਵਨ ਦਾ ਅੰਤ ਤੋਂ ਕਲੀਅਰ ਹੈ ਉਹਦੇ ਤੋਂ ਕਿ ਜੇ ਜੀਵਨ ਦਾ ਅੰਤ ਜਿਹੜਾ ਹੈਗਾ ਵੇ ਉਹ ਖਤਮ ਹੋਣਾ ਹੈ, ਸਰੀਰ ਦਾ ਖਤਮ ਹੋਣਾ ਹੈ, ਤੇ ਸਰੀਰ ਮਿਲਿਆ ਕਿਉਂ? ਸਰੀਰ ਜੋ ਮਿਲਿਆ ਹੈ ਉਹਦਾ ਮਤਲਬ ਜਿਹੜਾ ਸਾਨੂੰ ਪਤਾ ਹੈ, ਲੇਕਿਨ ਫਿਰ ਵੀ ਕੀ ਹੈ, ਉਹ ਕਹਿੰਦੇ ਨੇ ਕਿ ਇਹ ਤੇ ਪਤਾ ਹੈ ਕਿ ਸਰੀਰ ਕਿਉਂ ਮਿਲਿਆ, ਇਹ ਤੇ ਪਤਾ ਅਸੀਂ ਕੀ ਕਰਨਾ ਆ, ਪਰ ਫਿਰ ਵੀ ਕਹਿੰਦਾ हाथ दी भूए परे। ਇਹ ਬਿਲਕੁਲ ਉਹੀ ਹੈ ਕਿ ਇਨਫੋਰਮੇਸ਼ਨ ਤੇ ਸਾਨੂੰ ਸਾਰੀ ਹੈ ਕਿ ਹਾਂ ਇਹ ਜੀਵਨ ਕੀ ਹੈ, ਇਹ ਪਰਮਾਨੈਂਟ ਨਹੀਂ। ਉਹ ਤੇ ਮਤਲਬ ਗੁਰੂ ਤੇਗ ਬਹਾਦਰ ਦੀ ਬਾਣੀ ਦੇ ਬਾਰ-ਬਾਰ ਜਿਹੜੀ ਹੈ ਇਹਦੇ ਤੇ ਸਾਨੂੰ ਲੈ ਕੇ ਜਾਂਦੀ ਹੈ ਕਿ ਜੀਵਨ ਜਿਹੜਾ ਟੈਂਪਰੇਰੀ ਹੈ, ਕੁਛ ਨਹੀਂ, ਆਪਣਾ ਸਭ ਕੁਝ ਜਿਹੜਾ ਤੁਹਾਡੇ ਤਾਨਦਾਰਾ ਸੰਪਤ ਸਕਤ ਜਿਨ ਆਪਣੇ ਕਰਮਾਂ ਇਨਮੇ ਕਸ਼ਤੇ ਹੋਣੇ ਨਾਨਕ ਬਿਨ ਭਗਵਾਨ। ਸੋ ਸਾਰੀ ਬਾਣੀ ਉਹਨਾਂ ਦੀ ਸਾਨੂੰ ਇਸ ਪਾਸੇ ਪ੍ਰੇਰਨਾ ਦਿੰਦੀ ਹੈ। ਪਰ ਉਹੀ ਕਹਿੰਦੇ ਨੇ ਕਿ ਹਾਥ ਦੀਪ ਕੁएं ਪਏ, ਇਹ ਤੇ ਸਾਰਾ ਗਿਆਨ ਤੇ ਹੈ, ਪਰ ਫਿਰ ਵੀ ਅਸੀਂ
ਇੰਨੀ ਸੀਰੀਅਸਲੀ ਨਹੀਂ ਲੈਂਦੇ ਜਿੰਨੀ ਸੀਰੀਅਸਲੀ ਲੈਣਾ ਚਾਹੀਦਾ। ਥੋੜਾ ਜਿਹਾ ਮਤਲਬ ਥੋੜਾ ਜਿਹਾ ਲਫ਼ਜ਼ ਜਿਹੜੇ ਨੇ ਸਖਤ ਨੇ, ਪਰ ਸ਼ਾਇਦ ਸਾਨੂੰ ਸਖਤ ਲਫ਼ਜ਼ਾਂ ਦੀ ਲੋੜ ਹੁੰਦੀ ਹੈ ਤਾਂ ਕਿ ਸਾਨੂੰ ਥੋੜੀ ਜਿਹੀ ਹੋਸ਼ ਆ ਜਾਏ। क्या पढ़िए क्या सुनिए जस वेद पुराना सुनिए, पढ़े सुने क्या होई जो सहज न मिलिया सो। हुण एक्चुअली सहज जिहड़ी बड़ी उच्ची अवस्था है। कुछ चीज़ां ने जिन्हां दे बड़े मीनिंग जिहड़े गहरे हुंदे ने, और वो गहरे ना होण करके असीं उस गहराई विच नहीं जा सकदे। जिवें निर्मल है, जिवें विवेक बुद्धि है, और जिवें सहज है। तो एक्चुअली जिहड़ा कंप्लीट सहज है, ये अवस्था ते एक संत दी है। की अवस्था है कि जदों ओहदे ते कोई विकार रहिंदा ही नहीं है। कल मैं सुन रही सी, कहंदे कि एक बारी सारी संगत भी बैठी हुई सी ते सप आया। सप आके संत अतर सिंह जी नूं कट गया। लोकां नूं बड़ा गुस्सा चढ़ा, लोग पिछे दौड़े सप दे कि इहनूं मार दईए। उन्होंने कहा नहीं रुक जाओ। ने क्यों? कहंदे कि भी जे तुसीं सप नूं मार दिता, मेरे कर्म ते नहीं कट्टे जाने। ये ते मेरे कर्म कट्टण आया सी, मेरा कुछ हिसाब किताब रहिंदा सी। जे तुसीं इहनूं मार दिता, मेरे कर्म ते फिर उत्थे दे उत्थे रहण। हुण इन्ने सहज विच जिहड़ा आना है, वो बड़ी उच्ची चीज है। पर सहज की है कि कुछ भी हो जाए तुहाडे ते ओहदा असर नहीं। जिवें कि उस दिन मैं तुहानूं एक बार पर एग्जाम्पल देनी बड़ी सूटेबल हैगी है कि आस्ट्रेलिया जिहड़े संत सी जगत सिंह, उन्हां नूं गाली कट गया, उन्होंने बिल्कुल रिएक्ट नहीं किया हैगा। सो ये सहज अवस्था है कि सानू यूजली सहज अवस्था उदों हुंदी है टेस्ट जदों सानू दुख आंदे ने, कोई साडी इंसल्ट करदा, किते सानू घाटे पै जांदे ने। उस वेले सानू पता लगदा है कि मैं किन्ने कुछ सहज विच हां। उस वेले साडे रिएक्शन की हुंदे, ਜਿਹੜੇ ਉਸ ਵੇਲੇ ਰਿਐਕਸ਼ਨ ਹੁੰਦੇ ਨੇ ਉਹਨਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ। ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਵੱਡੀ ਉੱਚੀ ਗੱਲ ਹੈ, ਪਰ ਉਹਨਾਂ ਨੂੰ ਕੰਟਰੋਲ ਕਰਨ ਤੋਂ ਬਿਨਾਂ ਅਸੀਂ ਸਹਿਜ ਵਿੱਚ ਨਹੀਂ ਆ ਸਕਦੇ। ਸੋ ਸਹਿਜ ਦਾ ਅਰਥ ਹੈਗਾ ਵੇ ਕੰਪਲੀਟਲੀ ਨॉन ਰਿਐਕਟਿਵ in all the circumstances। ਚਾਹੇ ਕੋਈ ਬਿਮਾਰੀ ਆਈ ਹੈ, ਚਾਹੇ ਕੋਈ ਘਾਟਾ ਪਿਆ ਹੈ, ਚਾਹੇ ਕਿਸੇ ਨੇ ਮੇਰੀ ਜਿਵੇਂ ਨਾ ਕਿ हर एक सोख ते रहे न्यारो, ना है मान अपमाना। थोड़ा बोल रही हूँ आसम, ठीक है। मैंने अगों थोड़ा जा अपना, पर एनीवे तो सबने पढ़िया होया बोले जो नार दुख में दुख नहीं माने, सुख से निर पैनी जाके कंचन माटी माने। जेड़ा के मान अपमान तो उच्चा उठ जाता है, जेड़ा के रिएक्शन तो उच्चा उठ जाता है, जिन्हों के दुख सुख जेड़ा हैगा उन्होंने वो समझ लेंदा है कि जो कुछ हो रहा है उसदे कुछ गलत नहीं हैगा, क्योंकि जो परमात्मा कर रहा, परमात्मा कोई ब्लाइंडली तो कुछ करता नहीं, ये मेरे कर्मां दा फल होएगा। सो वो उन्होंने सहज नाल कट लेंदा, वो ਉਹਦੇ ਤੇ ग्रज नहीं करता, ना काला पैंदा। ਇਹ ਜਦੋਂ ਇੱਕ ਅਵਸਥਾ ਬਣ ਜਾਂਦੀ ਹੈ, ਜਦੋਂ ਮਨ ਨੂੰ ਇੰਨੀ ਸਮਝ ਆ ਜਾਂਦੀ ਹੈ ਤੇ ਫਿਰ ਮਨ ਰਿਐਕਟ ਨਹੀਂ ਕਰਦਾ। ਲੇਕਿਨ ਇਹ ਸਮਝ ਬੜੀ ਉੱਚੀ ਸਮਝ ਹੈ, ਉੱਥੋਂ ਤੱਕ ਪਹੁੰਚਣ ਵਾਸਤੇ ਸਾਰੀ ਸਾਡੀ ਪ੍ਰੈਕਟਿਸ ਜਿਹੜੀ ਹੈ ਇਹ ਉੱਥੋਂ ਤੱਕ ਪਹੁੰਚਣ ਵਾਸਤੇ ਹੈ। ਅੱਗੋਂ ਇੱਕ ਐਡਵਾਈਸ ਕਰ ਰਹੇ ਨੇ, ਕਹਿੰਦੇ ਨੇ ਕਦੀ ਬੁੱਝੇ ਦੀਵੇ ਨਾਲ ਦੋਸਤੀ ਨਹੀਂ ਕਰਨੀ। रोशन दिमाग जिसके अंदर दा दीवा जगदा होए ਉਹਦੇ ਨਾਲ रोशनी करनी। So what does it mean? It means कि भाई जे तुसी कंपनी करनी है ते ਉਹ तुसी गुरमुखां दी कंपनी करो, ਜਿਹੜੇ कि परमात्मा वाले पासे लगे, ਜਿਹੜੇ दुनियावी पासे वाले ने
ਉਹ ਤੇ ਦੁਨੀਆ ਦੀਆਂ ਗੱਲਾਂ ਹੀ ਕਰਨਗੇ, ਮਾਨ ਅਪਮਾਨ ਵਿੱਚ ਜਾਣਗੇ, ਉਹਨਾਂ ਦੇ ਨਾਲ ਦੋਸਤੀ ਨਹੀਂ ਕਰਨੀ ਹੈਗੀ। ਖੈਰ ਐਨੀਵੇ ਤੁਸੀਂ ਤੁਹਾਡੇ ਤੇ ਖੈਰ ਸਾਰੇ ਸਤਸੰਗ ਵਾਲੇ ਜਿਹੜੇ ਉਹ ਬਹੁਤ ਉੱਚੇ ਨੇ, ਪਰ ਐਨੀਵੇ ਗੁਰਬਾਣੀ ਵਿੱਚ ਇਹ ਵੀ ਹੈ ਕਿ ਬਈ ਦੋਸਤੀ ਜਿਹੜੀ ਉਹਦੇ ਨਾਲ ਕਰੋ, ਸੰਤ ਮਿਲੇ ਕੁਛ ਕਹੀਏ ਸੁਣੀਏ, ਮਿਲੇ ਸੰਤ ਮਸਤ ਕਰ ਰਹੀ ਹੈ। ਸੋ ਇਹ ਹੈ ਕਿ ਦੋਸਤੀ ਉਹਦੇ ਨਾਲ ਕਰੋ ਜਿਹਨੂੰ ਕੁਛ ਗਿਆਨ ਹੈ, ਜਿਹੜਾ ਇਸ ਪਾਸੇ ਲੱਗਾ ਹੈ, ਜਿਹਨੂੰ ਅਨੁਭਵ ਹੈ, ਉਹ ਤੁਹਾਨੂੰ ਵੀ ਉੱਚਾ ਉਠਾਏਗਾ। ਤੇ ਜੇਕਰ ਤੁਸੀਂ ਉਹਦੇ ਨਾਲ ਕਰੋਗੇ ਜਿਹੜਾ ਦੁਨੀਆਦਾਰ ਹੈ, ਤੇ ਤੁਸੀਂ ਨੈਚੁਰਲੀ ਉਹੀ ਸਿੱਖਿਆ ਜਿਹੜੀ ਲਵੋਗੇ। ਇੱਕ शायर ने लिखा है, इस दौरे तरक्की के अंदाज निराले हैं, ज़हनों में अंधेरे हैं, सड़कों पे उजाले। मतलब है कि दुनिया ਦੇ ਵਿੱਚ ਜਿਹੜਾ ਸ਼ੋਅ ਹੈ, ਬਾਹਰ ਦਾ ਸ਼ੋਅ ਹੈ, ਬਾਹਰ ਦੀ ਸਕਸੈਸ ਹੈ, ਦਿਖਾਵਾ ਜਿਹੜਾ ਹੈ ਉਹ ਬਹੁਤ ਜ਼ਿਆਦਾ। ਸੜਕੋਂ पे उजाले हैं, ज़हन में अंधेरे, ਕਿ ਅੰਦਰ ਜਿਹੜਾ ਉਹਦੇ ਵਿੱਚ ਜਿਹੜੀ ਜੀਵਨ ਜਾਂਚ ਹੈ ਉਹ ਨਹੀਂ, स्पिरिचुअल नॉलेज नहीं, ज्ञान नहीं, संसारी ज्ञान ਜਿਹੜਾ ਉਹ ਬਹੁਤ ਹੈ, लेकिन आध्यात्मिक ज्ञान नहीं, आध्यात्मिक पासे नहीं लगे हुए, संसार ਦੇ ਵਿੱਚ ਜਿਹੜੇ ਨੇ ਉਹ ਬੜੇ ਬਹੁਤ ਅੱਛੀ ਤਰ੍ਹਾਂ ਖੁੱਬੇ ਹੋਏ ਹਨ। Benji, can I speak? ਬੋਲਾ ਹਾਂਜੀ, ਤੁਸੀਂ ਇਹ ਸ਼ਬਦ ਚਾਹੁੰਦੇ ਸੋ ਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਨਹੀਂ ਉਹ ਠੀਕ ਹੈ, ਮੈਂ ਸਾਰਾ ਬੋਲਣਾ ਨਹੀਂ ਚਾਹੁੰਦੀ ਇਸ ਕਰਕੇ ਕਿ ਟਾਈਮ ਜ਼ਿਆਦਾ ਲੱਗ ਜਾਂਦਾ ਹੈ। ਉਹ ਯਾਦ ਤੇ ਮੈਨੂੰ ਕੁਛ ਨਾ ਕੁਛ ਹੈ ਹੀ, ਐਸੀ ਗੱਲ ਨਹੀਂ। ਠੀਕ ਹੈ ਤੁਸੀਂ ਬੋਲ ਦਿਓ, ਵੈਸੇ ਉਹ ਵੀ ਰੈਲੇਵੈਂਟ ਤੇ ਹੈ। ਹਾਂ ਬੋਲੋ। ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਆਰਾਸਾ, ਕਾਮ ਕ੍ਰੋਧ ਜਹ ਪਰਸੇ ਨਾਹਿਨ, ਤੈ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ, ਇਹੋ ਹੀ ਮੇਨ ਚੀਜ਼ਾਂ ਇਹ ਤਿੰਨ ਬੰਦ ਹੈਗੇ ਨੇ। ਹਾਂਜੀ ਬਿਲਕੁਲ ਬਿਲकुल। ਗੁਰ ਕਿਰਪਾ ਜਾਣਤੇ ਕੀਨੀ, ਤੇ ਜੋ ਪਛਾਨੇ ਨਾਨਕ ਲੀਨ ਪਿਓ ਗੋਬਿੰਦ ਸਿਉ, ਜਿਉ ਪਾਣੀ ਜੋ ਪਾਣੀ ਸਿਓ ਪਾਣੀ। ਯੈਸ। So this is the ਸਹਿਜ ਦੀ ਅਵਸਥਾ ਹੈ, ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ। ਸੋ ਮਤਲਬ ਹੈ ਕਿ ਸਹਿਜ ਵਿੱਚ ਸਲੋਲੀ ਅਸੀਂ ਸਾਰੇ ਕੋਸ਼ਿਸ਼ ਕਰ ਹੀ ਰਹੇ ਹਾਂ ਸਹਿਜ ਵਿੱਚ ਆਉਣ ਦੀ, ਪਰ ਇੱਕ ਚੀਜ਼ ਸਾਨੂੰ ਇੰਟੈਂਸਲੀ ਯਾਦ ਰੱਖਣੀ ਬੜੀ ਜ਼ਰੂਰੀ ਹੈ ਹਰ ਵੇਲੇ, ਕਿ ਜੀਵਨ ਦਾ ਪਤਾ ਨਹੀਂ ਹੈਗਾ ਕਿਸ ਵੇਲੇ ਪਰਮਾਤਮਾ ਇਹ ਸਰੀਰ ਵਾਪਸ ਲੈ ਲੈ। ਸੋ ਇਹ ਸਭ ਤੋਂ ਵੱਡਾ ਇੱਕ ਗਿਆਨ ਦਾ ਜਿਹੜਾ ਜਾਣਨ ਦਾ, ਵਿਆਖਿਆ ਦਾ, ਬਾਰ-ਬਾਰ ਦੁਹਰਾਉਣ ਦਾ ਮਤਲਬ ਇਹ ਹੈ ਕਿ ਕਿਉਂਕਿ ਸੰਸਾਰ ਵਿੱਚ ਆ ਕੇ ਅਸੀਂ ਭੁੱਲ ਜਾਂਦੇ ਹਾਂ, ਤੇ ਜੇ ਅਸੀਂ ਬਾਰ-ਬਾਰ ਉਹੀ ਸਾਨੂੰ ਜੇ ਯਾਦ ਕਰਾਇਆ ਜਾਏ, ਬਾਰ-ਬਾਰ ਅਸੀਂ ਉਹਦੀ ਵਿਆਖਿਆ ਕਰੇ ਡਿਫਰੈਂਟ ਤਰੀਕਿਆਂ ਨਾਲ, ਤਾਂ ਕਿ ਸਾਨੂੰ ਯਾਦ ਰਹਿ ਜਾਏ। ਕਿਉਂਕਿ ਯਾਦ ਬਾਰ-ਬਾਰ ਜਿਹੜੀ ਸਾਨੂੰ ਆਪਣੇ ਦੁਨਿਆਵੀ ਕੰਮਾਂ ਦੇ ਨਾਲ ਅਸੀਂ ਇਹ ਯਾਦ ਅਸੀਂ ਭੁੱਲ ਜਾਂਦੇ ਹੈਗੇ। ਖੈਰ ਤੁਸੀਂ ਤੇ ਸਤਸੰਗ ਵਾਲੇ ਬਹੁਤ ਮੈਂ ਦੇਖਿਆ ਬਹੁਤ ਅੱਛੀ ਤਰ੍ਹਾਂ ਲੱਗੇ ਹੋ, ਬਹੁਤ ਗਹਿਰਾਈ ਨਾਲ ਲੱਗੇ ਹੋ, ਪਰ ਇਹਦੇ ਨਾਲ ਫਿਰ ਅਸੀਂ ਹੋਰ ਥੋੜਾ ਅੱਗੇ ਚੱਲਨੇ ਆ ਕਿ ਅੱਗੇ ਵਧਣਾ ਹੀ ਤੇ ਸਾਡਾ, ਕਿਉਂਕਿ ਗਿਆਨ ਦਾ ਕੰਮ ਹੀ ਸਾਨੂੰ ਅੱਗੇ ਵਧਾਉਣਾ। ਸੋ ਜਿਉਂ ਅਸੀਂ ਅੱਗੇ ਵਧਦੇ ਆ, ਤਿਉਂ ਜਿਹੜੀ ਆਤਮਿਕ ਉન્નਤੀ ਹੁੰਦੀ ਹੈ। ਔਰ ਫਿਰ ਇੱਕ ਟਾਈਮ ਬੜਾ ਕੀਮਤੀ ਹੈ, ਕੋਈ ਪਤਾ ਨਹੀਂ ਹੈਗਾ ਮਤਲਬ ਜੀਵਨ ਦਾ, ਕਿਉਂਕਿ ਇਹਦੇ ਵਿੱਚ ਸਾਡੇ ਹੱਥ ਵਿੱਚ ਕੁਛ ਹੈ ਹੀ ਨਹੀਂ, ਇਟਸ ਸੋ ਅਨਸਰਟਨ। ਸੋ ਮਤਲਬ ਇਹਦੇ ਤੋਂ ਸਾਨੂੰ ਇਹ ਮਿਲਦਾ ਹੈਗਾ ਆਪਣਾ ਇਹ ਕਿ ਵੀ ਅਸੀਂ ਜਿਹੜਾ ਹੈਗਾ ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਅਕੋਰਡਿੰਗ ਦੱਸੇ ਗਿਆਨ ਤੇ ਆਪਣੇ ਜੀਵਨ ਨੂੰ ਅਸੀਂ ਕਿਵੇਂ ਬਦਲੀਏ। ਸੋ ਇੱਕ ਹੋਰ ਇੱਕ ਬੜਾ ਅੱਛਾ ਉਹਨਾਂ ਨੇ ਪਾਇਆ ਹੈਗਾ ਲਾਸਟ ਵਿੱਚ, ਇਹ ਮੈਂ ਤੁਹਾਨੂੰ ਦੱਸਣੀ ਆ। ਆਪਣਾ ਸਿਰ ਕਟਾ ਕੇ ਤਲੀ ਤੇ ਟਿਕਾ ਕੇ ਜਿਉਣਾ ਬਹੁਤ ਮੁਸ਼ਕਿਲ ਹੈ,
ਪਰ ਆਪਣੇ ਮੱਥੇ ਵਿੱਚ ਇੱਕ ਜੋਤ ਜਗਾ ਕੇ ਦੁਨੀਆ ਦੇ ਝੱਖੜ ਵਿੱਚੋਂ ਲੰਘ ਜਾਣਾ ਵੀ ਸੌਖਾ। ਦਿਸ ਇਜ਼ ਸੋ ਬਿਊਟੀਫੁਲ ਕਿ ਬਈ ਹੁਣ ਦੇਖੋ ਸਾਡੇ ਗੁਰੂਆਂ ਨੇ ਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਯਾਦ ਕਰਕੇ ਸਾਨੂੰ ਬੜਾ ਮਾਣ ਹੁੰਦਾ ਹੈ। ਇਹ ਤੇ ਠੀਕ ਹੈ ਕਿ ਅਸੀਂ ਤੇ ਇੰਨੀਆਂ ਕੁਰਬਾਨੀਆਂ ਸਾਨੂੰ ਉਹਨਾਂ ਨੇ ਕਰਨ ਵਾਸਤੇ ਮਤਲਬ ਇਹ ਨਹੀਂ ਪ੍ਰੇਰਿਆ, ਨਾ ਉਹਨਾਂ ਨੇ ਸਾਨੂੰ ਲੋੜ ਹੀ ਹੈ, ਪਰ ਜਿਹੜਾ ਹੈ ਕਿ ਮੱਥੇ ਤੇ ਜੋਤ ਜਗਾ ਕੇ ਦੁਨੀਆ ਦੇ ਝੱਖੜ ਵਿੱਚੋਂ ਲੰਘ ਜਾਣਾ ਕੋਈ ਸੌਖਾ ਨਹੀਂ। ਮਤਲਬ ਹੈ ਕਿ ਆਪਣੇ ਆਪ ਨੂੰ ਜੇ ਅਸੀਂ ਉਹ ਜੋਤ ਜਗਦੀ ਰਹੇ, ਹਰ ਵੇਲੇ ਯਾਦ ਰਹੇ ਕਿ ਵੀ ਅਸੀਂ ਕਿਉਂ ਆਏ ਹਾਂ, ਕਿਸ ਵਾਸਤੇ ਆਏ ਹਾਂ, ਕੀ ਕਰਨਾ ਹੈਗਾ ਵੇ, ਉਹ ਜੋਤ ਜਗਦੀ ਰਹੇ। ਤੇ ਜਿਹੜੇ ਦੁਨੀਆ ਦੇ ਰਿਐਕਸ਼ਨ ਨੇ, ਦੁਨੀਆ ਦੇ ਮਤਲਬ ਇਹ ਜਿਹੜੇ ਹੈਗੇ ਨੇ, ਕੀ ਨਾ ਲੱਗਦਾ ਹੈਗਾ, ਵਿਕਾਰ ਜਿਹੜੇ ਨੇ, ਉਹ ਸਾਡੇ ਤੇ ਨਾ ਰਹਿਣ, ਤੇ ਫਿਰ ਜੀਵਨ ਜਿਹੜਾ ਹੈਗਾ ਐਕਚੁਅਲੀ ਜਿਹੜਾ ਜੀਵਨ ਜਿਹੜਾ ਫਿਰ ਸਕਸੈਸਫੁਲ। ਸੋ ਇੱਥੇ ਅਸੀਂ ਖਤਮ ਕਰਨੇ ਆ। ਜੇ ਤੁਹਾਡੇ ਮਤਲਬ ਇਹਦੇ ਤੇ ਹੋਰ ਸਵਾਲ ਹੋਣ ਤੇ ਫਿਰ ਦੱਸੋ, ਨਹੀਂ ਤੇ ਫਿਰ ਆਪਣਾ ਅਜੇ ਹੈਨ ਵੈਸੇ 4-5 ਮਿੰਟ ਤੇ ਹੈਗੇ ਨੇ। ਆਂਟੀ ਰਮਸ ਦਾ ਕੀ ਮਤਲਬ ਹੈ? ਮੈਂ ਵਰਡ ਬੜੀ ਬੜੀ ਸੁਣਿਆ ਬਟ ਮੈਨੂੰ ਉਹਦਾ ਮਤਲਬ ਨਹੀਂ ਪਤਾ ਹੈਗਾ। ਰਮਜ਼ ਹੁੰਦਾ ਹੈ ਕਿਸੇ ਚੀਜ਼ ਨੂੰ ਇਸ ਤਰੀਕੇ ਨਾਲ ਕਹਿਣਾ ਕਿ ਇਫੈਕਟਿਵ ਤੇ ਬੜੀ ਹੋਵੇ, ਤੇ ਉਹਦੇ ਬਾਰੇ ਸੋਚਣਾ ਪਵੇ ਕਿ ਇਹ ਅੰਦਰੋਂ ਕਹਿ ਕੀ ਰਹੇ ਨੇ। ਕਈ ਵਾਰੀ ਸਾਨੂੰ ਕੋਈ ਗੱਲ ਕਹਿੰਦਾ ਕਿ ਉਹ ਬੜੀ ਗਹਿਰੀ ਹੁੰਦੀ ਹੈ, ਸਾਨੂੰ ਸਮਝ ਨਹੀਂ ਆਉਂਦੀ, ਤੇ ਅਸੀਂ ਕਹਿੰਦੇ ਇਹਦੇ ਵਿੱਚ ਵੀ ਕੋਈ ਰਮਜ਼ ਹੈ। ਕਿਸੇ ਗਹਿਰਾਈ ਨੂੰ ਪ੍ਰਗਟ ਕਰਨ ਵਾਸਤੇ ਉਸ ਤਰ੍ਹਾਂ ਦੇ ਸ਼ਬਦ ਵਰਤਨੇ ਜਿਹੜੇ ਨੇ ਉਹਨੂੰ ਰਮਜ਼ ਕਹਿੰਦੇ ਨੇ। ਹੋਰ ਕੋਈ? ਗੁਰਜੀਤ ਭੈਣ ਜੀ ਤੁਸੀਂ ਬੋਲੇ ਨੇ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਹਾਂਜੀ ਭੈਣ ਜੀ ਤੁਸੀਂ ਰਮਜ਼ ਦਾ ਨਾ ਉਹਨਾਂ ਨੂੰ ਇੱਕ ਦੋ ਐਗਜ਼ਾਮਪਲ ਦਿਓ ਨਾ, then it will more clear ਕਿ ਵੀ what does it mean। ਮੈਨੂੰ ਤੇ ਇਸ ਵੇਲੇ ਅਜੇ ਤੇ ਕੋਈ ਯਾਦ ਨਹੀਂ ਆ ਰਹੀ। ਕੋਈ ਗੁਰੂ ਸਾਹਿਬ ਦੀ ਕੋਈ ਮਤਲਬ ਕਿ ਵੈਸੇ ਗੁਰੂ ਸਾਹਿਬ ਦੀਆਂ ਜਿਹੜੀਆਂ ਸਾਖੀਆਂ ਨੇ ਨਾ, ਉਹ ਜਿਸ ਤਰ੍ਹਾਂ ਉਹਨਾਂ ਨੇ ਮਤਲਬ ਕਿ ਪਾਣੀ ਜਿਹੜਾ ਹੈਗਾ ਹਰਿਦੁਆਰ ਜਾ ਕੇ ਬਜਾਏ ਉੱਤਰ ਦੇ ਪੱਛਮ ਵੱਲ ਦੇਣਾ ਸ਼ੁਰੂ ਕਰ ਦਿੱਤਾ ਸੀ। ਇਹ ਇੱਕ ਉਹਨਾਂ ਦੀ ਰਮਜ਼ ਸੀ ਟੂ ਲੈਟ ਦ ਬ੍ਰਾਹਮਣ ਨੋ ਕਿ what is the reality, ਕਿ ਵੀ ਇਹ ਪਾਣੀ ਤੁਸੀਂ ਜਿਹੜਾ ਦੇ ਰਹੇ ਹੋ ਉਹਦਾ ਮਤਲਬ ਕੀ ਹੈ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਵੈਰੀ ਨਾਈਸ। ਤੇ ਰਿੰਕੂ ਭੈਣ ਜੀ ਨੂੰ ਪੁੱਛੋ ਕਿ ਵੀ ਉਹਨਾਂ ਨੂੰ ਥੋੜਾ ਜਿਹਾ ਕਲੀਅਰ ਹੋਇਆ ਹੈ ਕਿ ਨਹੀਂ। ਹਾਂਜੀ ਵੈਰੀ ਕਲੀਅਰ, ਥੈਂਕ ਯੂ ਫॉर द एग्जांपल। ਹਾਂ ਕਿਉਂਕਿ ਇੱਕ ਦੋ ਐਸਾ ਐਗਜ਼ਾਮਪਲ ਮਿਲ ਜਾਣ ਨਾ ਤੇ ਫਿਰ ਮਾਈਂਡ ਨੂੰ ਉਹ ਅਸੈਪਟ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ ਕਿ ਵੀ ਰਮਜ਼ ਦਾ ਰੀਅਲ ਮੀਨਿੰਗ ਕੀ ਹੈ। ਫਿਰ ਨੈਕਸਟ ਟਾਈਮ ਕਦੀ ਆਏਗਾ ਤੇ ਦੈਨ ਯੂ ਕੈਨ ਐਸੋਸੀਏਟ ਕਿ ਵੀ ਇਹਦਾ ਮਤਲਬ ਇਹਦੇ ਨਾਲ ਅਗਰ ਜੋੜ ਲਈਏ ਤੇ ਆ ਜਾਏਗਾ ਕਲੀਅਰ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਠੀਕ। ਜੀ ਮੈਂ ਨਾ ਬੜੀ ਵਾਰੀ ਇਹ ਪੜ੍ਹਨੀ ਵੀ ਆ ਬਈ ਪੜ੍ਹ ਲਦੀਏ ਜਾਂ ਵੇਦ ਪੁਰਾਣਾ ਕਿਆ ਪੜ੍ਹੀਏ, ਪੜ੍ਹੇ ਸੁਨੇ ਕਿਆ ਹੋਈ। ਇਹ ਮੇਰੇ ਨਾਲ ਬੜੇ ਸੱਟ ਮਾਰਦਾ, ਬਹੁਤ ਸੱਟ ਮਾਰਦਾ ਤੇ ਤੁਸੀਂ ਵੀ ਹੁਣੇ ਯੂਜ਼ ਕੀਤਾ। ਮੈਂ ਚਾਹਾਂਗੀ ਥੋੜਾ ਜਿਹਾ ਇਹਨੂੰ ਹੋਰ ਅਗਰ ਕਲੀਅਰ ਹੋ ਜਾਏ ਤੇ ਸ਼ਾਇਦ ਕੋਈ ਸਾਨੂੰ ਸਮਝ ਆਏ ਮੋਰ। ਹਾਂਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਐਕਚੁਅਲੀ ਇਹਦੇ ਵਿੱਚ ਦੇਖੋ ਇਹ ਵੀ ਇੱਕ ਰਮਜ਼ ਹੈ, ਇੱਕ ਇਹ ਵੀ ਸਾਡੇ ਤੇ ਇੱਕ ਚੋਟ ਹੈ ਕਿ ਵੀ ਅਸੀਂ ਸਗੋਂ ਪੜ੍ਹ ਕੇ ਕਈ ਵਾਰੀ ਕੀ ਹੁੰਦਾ ਮਨ ਜਿਹੜਾ ਹੰਕਾਰ ਵਿੱਚ ਆ ਜਾਂਦਾ ਕਿ ਮੈਨੂੰ ਤੇ ਬੜਾ ਆਉਂਦਾ ਹੈਗਾ। ਸੋ ਅਸੀਂ ਕਈ ਵਾਰੀ ਜਿਹੜਾ ਪੜ੍ਹਨੇ ਆ ਉਹਦੀ ਗਹਿਰਾਈ ਵਿੱਚ ਨਹੀਂ ਜਾਂਦੇ ਹੈਗੇ। ਅਸੀਂ ਵੀ ਆਰ ਸੈਟਿਸਫਾਈਡ ਵਿਦ ਕਿ ਬਈ ਜਿਸ ਤਰ੍ਹਾਂ ਦੇ ਐਗਜ਼ਾਮਪਲ ਅਸੀਂ ਸਿੱਧੀ ਤੇ ਦਿੰਦੇ ਆ ਕਿ ਪਾਠ ਕੀਤਾ, ਠੀਕ ਹੈ, ਇਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਬੇੜੀ ਪੜ੍ਹੀਏ ਜੇਤੇ ਸਾਸ ਪੜ੍ਹੀਏ ਜੇਤੀ ਆਰਦਿਆ ਪੜ੍ਹੀਏ ਜੇਤੇ ਮਾਸ, ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਚਖਣਾ। ਸੋ ਮਤਲਬ ਜੇ ਅਸੀਂ ਦੇਖੋ ਕਿ ਹੁਣ ਅਸੀਂ
ਜੋ ਗਿਆਨ ਕਰ ਰਹੇ ਹਾਂ ਜਾਂ ਅਸੀਂ ਜੋ ਵੀ ਪੜ੍ਹ ਰਹੇ ਹਾਂ, ਜੇ ਉਹਦਾ ਅਸਰ ਸਾਡੇ ਤੇ ਨਹੀਂ ਹੈਗਾ ਤੇ ਉਹ ਫਿਰ ਪੜ ਗੱਡੀ ਲੱਗੀ ਹੈ ਕਿ ਉਹ ਅਸੀਂ ਮਤਲਬ ਇਹ ਹੈ ਕਿ ਸਾਨੂੰ ਇਹ ਹੈ ਕਿ ਅਸੀਂ ਇੰਨਾ ਸੁਣਿਆ ਹੈ, ਅਸੀਂ ਇੰਨਾ ਪਾਠ ਕੀਤਾ ਹੈ, ਅਸੀਂ ਇੰਨਾ ਗੁਰਦੁਆਰੇ ਗਏ ਆ। ਦੇਖਣਾ ਇਹ ਹੈ ਕਿ ਜਿਹੜਾ ਇਹਦੇ ਨਾਲ ਤੇ ਸਾਰਿਆਂ ਨਾਲ ਹਉਮੈ ਹੀ ਵਧਣੀ ਹੈਗੀ ਕਿ ਮੈਂ ਕੀਤਾ, ਮੈਂ ਇਹਦੇ ਚ ਫਿਰ ਮੈਂ ਆ ਜਾਂਦੀ ਹੈ, ਮੈਂ ਕੀਤਾ। ਜਦੋਂ ਮੈਂ ਨਹੀਂ ਆਏਗੀ, ਜਦੋਂ ਹੰਕਾਰ ਨਹੀਂ ਆਏਗਾ ਤੇ ਗੇਨ ਜਿਹੜਾ ਹੈਗਾ ਹੋਏਗਾ। ਜਦੋਂ ਗੇਨ ਹੋਏਗਾ ਤਾਂ ਹੰਕਾਰ ਨਹੀਂ ਆਏਗਾ। ਹੰਕਾਰ ਉਦੋਂ ਜ਼ਰੂਰ ਆਏਗਾ ਜਦੋਂ ਇਹ ਹੋਏਗਾ ਕਿ ਮੈਂ ਕਰ ਰਿਹਾ, ਮੈਂ ਪਾਠ ਕਰ ਰਿਹਾ, ਮੈਂ ਪੜ੍ਹ ਰਿਹਾ, ਮੈਨੂੰ ਇੰਨਾ ਨੌਲੇਜ ਹੈਗਾ ਵੇ। ਸੋ ਉਹਨੂੰ ਇਹ ਕਿਹਾ ਹੈਗਾ ਕਿ ਪੜ ਗੱਡੀ ਲੱਗੀ ਹੈ। ਕਿ ਪੜ੍ਹਨ ਦਾ ਫਾਇਦਾ ਤਾਂ ਹੈ ਜੇ ਤੁਸੀਂ ਆਪਣੇ ਜੀਵਨ ਨੂੰ ਵੀ ਲਾਗੂ ਕੀਤਾ ਹੈ, ਆਪਣੇ ਅਧਿਆਤਮਿਕ ਜੀਵਨ ਨੂੰ ਲਾਗੂ ਕੀਤਾ ਹੈ, ਆਪਣੇ ਮਤਲਬ ਫੈਮਿਲੀ ਜੀਵਨ ਨੂੰ ਵੀ ਲਾਗੂ ਕੀਤਾ ਹੈ। ਜੇ ਤਾਂ ਤੁਹਾਡਾ ਜੀਵਨ ਬਦਲਿਆ ਉਹਦੇ ਨਾਲ, ਜੇ ਤੁਹਾਡੇ ਉਹ ਜੀਵਨ ਦਾ ਹਿੱਸਾ ਬਣ ਗਿਆ, ਜੇ ਤੁਹਾਨੂੰ ਉਹਦੇ ਨਾਲ ਜੀਵਨ ਜਾਚ ਆਈ ਹੈਗੀ ਹੈ, ਜੇ ਤੁਹਾਨੂੰ ਉਹਦੇ ਨਾਲ ਅਧਿਆਤਮਿਕ ਜਿਹੜਾ ਰਸਤਾ ਹੈ ਉਹਦੇ ਤੇ ਚੱਲਣ ਦਾ ਵਾਲ ਆਇਆ ਹੈਗਾ ਵੇ, ਫਿਰ ਤੇ ਫਾਇਦਾ ਨਹੀਂ ਤੇ ਕੋਈ ਮਤਲਬ ਫਿਰ ਕੋਈ ਫਾਇਦਾ ਨਹੀਂ। ਜਿਹੜਾ ਤੁਸੀਂ ਜਸਟ ਜਿਹੜਾ ਰਿਚੁਅਲ ਹੈ, ਇਹ ਵੀ ਕਈ ਵਾਰੀ ਰਿਚੁਅਲ ਹੀ ਹੁੰਦਾ। ਕਈ ਵਾਰੀ ਮਤਲਬ ਅਸੀਂ ਗੁਰਦੁਆਰੇ ਜਾਈਏ, ਫਰਜ਼ ਕਰੋ ਉੱਥੇ ਅਸੀਂ ਬੈਠੇ ਹਾਂ, ਸੁਣਨਾ ਹੈ, ਕੀਰਤਨ ਹੋ ਰਿਹਾ, ਲੈਕਚਰ ਹੋ ਰਿਹਾ, ਸਾਡਾ ਧਿਆਨ ਉਹਦੇ ਵਿੱਚ ਨਹੀਂ ਹੈਗਾ, ਬਸ ਸਾਨੂੰ ਇੰਨਾ ਹੈ ਕਿ ਮੈਂ ਤੇ ਗੁਰਦੁਆਰੇ ਆਇਆ, ਠੀਕ ਹੈ। ਉਸ ਤੋਂ ਬਾਅਦ ਸਿਮਿਲਰਲੀ ਅਸੀਂ ਮਤਲਬ ਜਿਹੜਾ ਅਸੀਂ ਪਾਠ ਕਰਨੇ ਆ, ਸਪੈਸ਼ਲੀ ਸਾਡੇ ਨੂੰ ਜ਼ਿਆਦਾ ਜਿਹੜਾ ਲਾਗੂ ਹੁੰਦਾ ਉਹ ਪਾਠ ਨਾਲ ਲਾਗੂ ਹੁੰਦਾ ਕਿ ਜਿੰਨਾ ਅਸੀਂ ਪਾਠ ਕਰ ਰਹੇ ਹਾਂ ਕਿ ਪਾਠ ਦਾ ਸਾਡੇ ਤੇ ਕਿੰਨਾ ਅਸਰ ਹੋਇਆ। ਮੇਨਲੀ ਦਿਸ ਇਜ਼ ਦਾ ਐਗਜ਼ੈਕਟ ਐਗਜ਼ਾਮਪਲ ਕਿ ਜੋ ਮੈਂ ਪਾਠ ਕਰਨਾ ਰੋਜ਼, ਉਹਦਾ ਮੇਰੇ ਤੇ ਕਿੰਨਾ ਅਸਰ ਹੋਇਆ। ਔਰ ਉਹਦਾ ਅਸਰ ਤਾਂ ਹੀ ਹੋਏਗਾ ਜੇ ਉਹਦਾ ਜਿਹੜਾ ਅਰਥ ਵੇ ਉਹ ਮੈਨੂੰ ਪਤਾ ਹੈ। ਔਰ ਉਹ ਜਿਸ ਤਰ੍ਹਾਂ ਕਿ ਸੁਣੀਆਂ ਮੰਨੀਆਂ ਦੀ ਬੜੀ ਜ਼ਿਆਦਾ ਇੰਪੋਰਟੈਂਸ ਸੁਣੀਆਂ ਮੰਨੀਆਂ ਦੀ। ਕਿਉਂ ਕਿ ਜੋ ਮੈਂ ਧਿਆਨ ਨਾਲ ਸੁਣਿਆ ਹੀ ਨਹੀਂ, ਉਹ ਮੈਂ ਮੰਨਾਂਗਾ ਕਿਵੇਂ। ਔਰ ਜੇ ਮੈਂ ਇਹ ਕਹਾਂ ਕਿ ਵੀ ਮੈਂ ਇੰਨਾ ਅੱਜ ਪੜ੍ਹਿਆ ਇੰਨਾ, ਤੇ ਜੇ ਮੈਂ ਧਿਆਨ ਨਾਲ ਨਹੀਂ ਸੁਣਿਆ, ਮੇਰਾ ਹਿੱਸਾ ਨਹੀਂ ਉਹ ਬਣਿਆ, ਤੇ ਫਿਰ ਉਹ ਪੜ ਗੱਡੀ ਲੱਗੀ ਵਾਲੀ ਗੱਲ ਹੈਗੀ। ਉਹ ਮੇਰੇ ਜੀਵਨ ਦਾ ਹਿੱਸਾ ਬਣੇ, ਮੇਰੇ ਅਧਿਆਤਮਿਕ ਜੀਵਨ ਦਾ ਹਿੱਸਾ ਬਣੇ, ਉਹ ਮੇਰੀ ਆਪਣਾ ਸੋਸ਼ਲ ਮੇਰੀ ਜਿਹੜੀ ਹੈਗੀ ਆਪਣੀ ਜਿਹੜੀ ਦੂਸਰੀ ਲਾਈਫ ਹੈਗੀ ਉਹਦਾ ਵੀ ਹਿੱਸਾ ਬਣੇ। ਸੋ ਜਿਹੜਾ ਮੈਂ ਪੜ੍ਹਿਆ ਹੈ ਉਹ ਮੇਰੇ ਜੀਵਨ ਦਾ ਹਿੱਸਾ ਬਣਨਾ ਚਾਹੀਦਾ। ਹਾਂਜੀ, ਹੋਰ ਕੋਈ ਕੁਐਸਚਨ ਹੈ? ਹਾਂਜੀ, ਥੈਂਕ ਯੂ ਭੈਣ ਜੀ, ਥੈਂਕ ਯੂ। ਵੈਸੇ ਕਾਫੀ ਕਲੀਅਰ ਹੋ ਗਿਆ ਕਿ ਹਾਂਜੀ, ਪੜ ਲੱਦੀ ਨਹੀਂ ਬੜਾ ਅੱਛਾ ਕੁਐਸਚਨ ਤੁਹਾਡੇ ਬੜੇ ਅੱਛੇ ਹੈਗੇ ਨੇ। ਔਰ ਕੁਐਸਚਨ ਕਰਨ ਨਾਲ ਕੀ ਹੈ ਕਿ ਮੈਨੂੰ ਵੀ ਮੌਕਾ ਮਿਲ ਜਾਂਦਾ ਐਕਸਪਲੇਨ ਕਰਨ ਦਾ। ਵਾਹਿਗੁਰੂ। ਤੁਸੀਂ ਤੇ ਵੈਸੇ ਹੀ ਬੜਾ ਵਧੀਆ ਐਕਸਪਲੇਨ ਕਰਦੇ ਪੈਂਦੇ ਹੋ। ਅਸੀਂ ਜਿਹੜੇ ਆ ਨਾ ਉਹਨੂੰ ਥੋੜਾ ਜਿਹਾ ਨਹੀਂ ਭੈਣ ਜੀ, ਐਸੀ ਗੱਲ ਨਹੀਂ ਹੈਗੀ। ਅਸੀਂ ਸਾਰੇ ਹੀ ਚੱਲ ਰਹੇ ਹਾਂ, ਸਾਡਾ ਸਭ ਦੀ ਆਪਣੀ ਮਤਲਬ ਤੇ ਕਿ ਇਹ ਨਹੀਂ ਵੀ ਮੈਂ ਕਿੱਥੇ ਆ, ਮਤਲਬ ਇਹ ਕਿ ਅਸੀਂ ਚੱਲਦੇ ਜਾਣਾ। ਔਰ ਜੋ ਅਸੀਂ ਚੱਲਦੇ ਜਾਵਾਂਗੇ ਪ੍ਰਮਾਤਮਾ ਦੀ ਕਿਰਪਾ ਤੇ ਹੋਏਗੀ, ਮਿਹਰ ਤੇ ਜ਼ਰੂਰ ਕਰੇਗਾ। ਅਗਰ ਕਹੇਗਾ ਤੁਸੀਂ ਇੱਕ ਕਦਮ ਪੁੱਟੋਗੇ 10 ਕਦਮ ਅੱਗੇ ਪੁੱਟੇਗਾ, ਇਹ ਬਿਲਕੁਲ ਠੀਕ ਹੈ, ਕੋਈ ਸ਼ੱਕ ਨਹੀਂ। ਸਾਡਾ ਕੰਮ ਸਿਰਫ ਐਫਰਟ ਕਰਨਾ, ਫਲ ਦੇਣਾ ਉਹਦਾ ਕੰਮ ਹੈ। ਔਰ ਫਲ ਉਹ ਜ਼ਰੂਰ ਦਿੰਦਾ ਜੇ ਅਸੀਂ ਐਫਰਟ ਕਰੀਏ। ਤੁਸੀਂ ਇੰਨੀ ਐਫਰਟ ਤੁਸੀਂ ਨਹੀਂ ਕਰ ਰਹੇ ਹੋ, ਮੈਂ ਤੇ ਐਪਰੀਸ਼ੀਏਟ ਕਰਨੀ। ਬਹੁਤ ਅੱਛਾ। ਬਸ ਪਹਿਲੀ ਉਹਦੇ ਅੱਗੇ ਅਰਦਾਸ ਹੈ ਕਿ ਜਿਹੜੀ ਐਫਰਟ ਕਰਨੇ ਪਿਆ ਉਹ ਕਰਦੇ ਰਹੀਏ। ਬਿਲਕੁਲ ਨਹੀਂ, ਬਿਲਕੁਲ ਉਹ ਸਾਡੀ ਮਦਦ ਜ਼ਰੂਰ ਕਰਦਾ ਹੈ। ਜੇ ਸਾਡੇ ਅੰਦਰ ਇੰਨੀ ਲਗਨ ਹੈ ਨਾ, ਔਰ ਸਾਡੇ ਅੰਦਰ ਲਗਨ ਵੀ ਹੈ, ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜੀਵਨ ਮਿਲਿਆ ਕਿਸ ਵਾਸਤੇ, ਔਰ ਜੀਵਨ ਦਾ ਭਰੋਸਾ ਕੋਈ ਨਹੀਂ ਹੈਗਾ ਕਿ ਬਈ ਕਿਸ ਵੇਲੇ ਛੁੱਟਿਆ। ਇਸ ਕਰਕੇ ਇਸ ਟਾਈਮ ਜਿਹੜਾ ਉਹਨੂੰ ਮਿਲਿਆ ਹੈ, ਉਹਨੂੰ ਅਸੀਂ ਮੈਕਸੀਮਮ ਯੂਜ਼ ਕਰਨਾ, ਅੱਛੀ ਤਰ੍ਹਾਂ ਯੂਜ਼ ਕਰਨਾ। ਔਰ ਫਿਰ ਮੈਂ ਬਾਰ ਉਹੀ ਕਹਿੰਦੀ ਹਾਂ ਕਿ ਅਸੀਂ ਗਹਿਰਾਈ ਵਿੱਚ ਜਾਣਾ, ਬਸ ਮੈਨੂੰ ਹੋਰ ਜ਼ਿਆਦਾ ਨਹੀਂ ਆਉਂਦਾ, ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਜਿੰਨਾ ਚਿਰ ਗਹਿਰਾਈ ਵਿੱਚ ਨਾ ਜਾਈਏ ਸਾਡੀ ਉੱਨਤੀ ਨਹੀਂ ਹੁੰਦੀ, ਪ੍ਰੋਗਰੈਸ ਨਹੀਂ ਹੁੰਦੀ ਹੈਗੀ। ਔਰ ਅਸੀਂ ਜਿੰਨੇ ਧਿਆਨ ਨਾਲ ਸੁਣ ਰਹੇ ਹੋ ਤੁਸੀਂ, ਤੇ ਬੜੀ ਅੱਛੀ ਗੱਲ ਹੈ, ਤੁਸੀਂ ਸਾਰੇ ਗਹਿਰਾਈ ਵਿੱਚ ਜਾ ਰਹੇ। ਵਾਹਿਗੁਰੂ ਸਭ ਤੇ ਨਾ। ਵੈਸੇ ਹੁਣ ਜੇ ਮੈਂ ਕਹਾਂ ਤੇ ਤੁਸੀਂ ਕਹੋਗੇ ਕਿ ਵੀ ਤੂੰ ਬਾਰ ਇਹੋ ਗੱਲ ਕਹਿਣੀ ਹੈ। ਬੜੀ ਸੰਗਤ ਦਾ ਬਹੁਤ ਫਰਕ ਪਿਆ ਭੈਣ ਜੀ। ਮਤਲਬ ਵੀ ਵਰ ਜਸਟ ਮਿਸਿੰਗ ਸਮਥਿੰਗ ਜਿਹੜੀ ਕਿ ਤੁਹਾਡੇ ਬਾਬੇ ਨੇ ਤੁਹਾਡੇ ਨਾਲ ਮੇਲ ਕਰਾ ਕੇ ਉਹ ਪੂਰੀ ਕਰਤੀ ਹੈ।
ਵਾਹਿਗੁਰੂ ਵਾਹਿਗੁਰੂ ਇਹ ਸੰਗਤ ਇੰਨੀ ਸਾਨੂੰ ਬਖਸ਼ੇ ਕਿ ਸਾਨੂੰ ਸਿੱਧਾ ਰਾਹ ਆਸਾਨੀ ਨਾਲ ਮਿਲ ਜਾਏ। ਵਾਹਿਗੁਰੂ ਮੈਂ ਵੀ ਵਾਹਿਗੁਰੂ। ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਇਸ ਕਰਕੇ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਹੈਗਾ ਵੇ ਕਿ ਘੱਟੋ ਘੱਟ ਜੋ ਮੈਨੂੰ ਥੋੜਾ ਬਹੁਤ ਆਂਦਾ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ, ਔਰ ਉਹਦਾ ਹੋ ਸਕਦਾ ਹੈ ਸ਼ੇਅਰ ਕਰਨ ਦਾ ਕੋਈ ਲਾਭ ਹੋ ਜਾਵੇ। ਕਿਉਂਕਿ ਐਕਚੁਅਲੀ ਇਹ ਹੈ ਕਿ ਬਹੁਤ ਸਾਰੀਆਂ ਐਗਜ਼ਾਮਪਲ ਤੇ ਮੈਂ ਆਪਣੀ ਲਾਈਫ ਵਿੱਚੋਂ ਦੇਣੀ ਆ, ਕਿਉਂਕਿ ਜਿਹੜੀਆਂ ਬਾਹਰ ਦੀਆਂ ਨੇ ਉਹਨਾਂ ਦਾ ਤੇ ਮੈਨੂੰ ਨਹੀਂ ਪਤਾ ਕਿ ਉਹਦਾ ਕੀ ਅਸਰ ਹੈ ਕੀ ਹੈ, ਪਰ ਜੋ ਮੇਰੀ ਜੀਵਨ ਤੇ ਅਸਰ ਹੋਇਆ ਹੈ ਔਰ ਜਿੰਨਾ ਮੇਰਾ ਜੀਵਨ ਬਦਲਿਆ ਹੈ ਮੈਂ ਐਕਸਪਲੇਨ ਨਹੀਂ ਕਰ ਸਕਦੀ। ਸੋ ਮੈਂ ਚਾਹੁੰਦੀ ਹਾਂ ਕਿ ਜੇ ਮੇਰਾ ਜੀਵਨ ਇੰਨਾ ਬਦਲ ਗਿਆ ਹੈ ਤੇ ਇਹਦਾ ਮਤਲਬ ਹੈ ਗੁਰਬਾਣੀ ਦੇ ਨਾਲ ਜੀਵਨ ਬੜਾ ਬਦਲ ਜਾਂਦਾ ਹੈਗਾ ਹੈ। ਔਰ ਐਕਚੁਅਲੀ ਬਦਲਿਆ ਕਦੋਂ ਹੈ, ਜਦੋਂ ਕਿ ਇੰਨਾ ਦੁੱਖ ਆਇਆ ਸੀ ਕਿ ਬਸ ਉਸ ਤੋਂ ਅੱਗੇ ਦੁੱਖ ਹੋ ਨਹੀਂ ਸਕਦਾ। ਲੇਕਿਨ ਉਸ ਦੁੱਖ ਦੇ ਵਿੱਚੋਂ ਜਿੰਨਾ ਲਾਭ ਨਿਕਲਿਆ ਉਹ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਬਹੁਤ ਵੱਡਾ ਲਾਭ ਨਿਕਲਿਆ। ਤੁਸੀਂ ਮੰਨੋਗੇ ਨਹੀਂ ਕਿ ਮੇਰੇ ਹਸਬੈਂਡ ਮਤਲਬ ਜਿਨ੍ਹਾਂ ਦੀ ਬਿਮਾਰੀ ਵਿੱਚ ਮੈਨੂੰ ਸਾਰੀ ਰਿਅਲਾਈਜੇਸ਼ਨ ਹੋਈ ਸੀ, ਪਾਠ ਪਹਿਲਾਂ ਕਰਦੇ ਹੁੰਦੇ ਸੀ ਪਰ ਨਾਟ ਜਿਹਨੂੰ ਕਹੀਦਾ ਕਿ ਬਈ ਗਹਿਰਾਈ ਵਿੱਚ ਨਹੀਂ ਸੀ ਜਾਂਦੇ। ਠੀਕ ਹੈ, ਪਾਠ ਲਗਾ ਲਿਆ ਔਰ ਪਾਠ ਹੋ ਰਿਹਾ, ਭਾਵੇਂ ਨਾਲ ਖਾਣਾ ਖਾਂਦੇ ਰਿਹਾ ਕੁਛ ਵੀ। ਪਰ ਜਦੋਂ ਬਿਮਾਰੀ ਹੋਈ, ਬੜੀ ਲੰਬੀ ਬਿਮਾਰੀ ਸੀ, ਉਹਨਾਂ ਨੇ ਅੰਦਰੋਂ ਰਿਅਲਾਈਜ਼ ਕੀਤਾ ਕਿ ਇਹ ਮੇਰੇ ਹੀ ਕਰਮ ਨੇ ਔਰ ਮੈਨੂੰ ਕੱਟਣੇ ਪੈਣਗੇ। ਉਹਦੇ ਵਿੱਚ ਉਹਨਾਂ ਨੇ ਇੰਨਾ ਰਿਅਲਾਈਜ਼ ਕੀਤਾ ਤੇ ਜਿਹੜੇ ਉਹਨਾਂ ਨੂੰ ਐਕਸਪੀਰੀਅੰਸ ਹੋਏ ਨਾ, ਤੁਸੀਂ ਮੰਨੋਗੇ ਨਹੀਂ, ਮੈਨੂੰ ਉਹਨਾਂ ਦੇ ਜਾਣ ਦਾ ਜਰਾ ਜਿੰਨਾ ਅਫਸੋਸ ਨਹੀਂ ਸੀ ਹੋਇਆ, ਕਿਉਂਕਿ ਜਾਣਾ ਤਾਂ ਸੀ ਸੂਨਰ ਔਰ ਲੇਟਰ। ਲੇਕਿਨ ਜਿਸ ਅਵਸਥਾ ਵਿੱਚ ਉਹ ਗਏ ਉਹਦੇ ਨਾਲ ਮੈਨੂੰ ਬੜੀ ਇੱਕ ਹਿੰਮਤ ਆਈ, ਇੱਕ ਇਨਕਰੇਜਮੈਂਟ ਹੋਈ ਕਿ ਇਹ ਰਸਤਾ ਜਿਹੜਾ ਹੈ ਇਹ ਕੋਈ ਸ਼ੱਕ ਦਾ ਨਹੀਂ, ਇਹ ਤੇ ਬੜਾ ਕਲੀਅਰ ਰਸਤਾ ਹੈ। ਜੇ ਅਸੀਂ ਸੱਚਮੁੱਚ ਹੀ ਦਿਲੋਂ ਸਮਝ ਕੇ ਔਰ ਉਹਨੂੰ ਅਸੀਂ ਰੋਜ਼ ਰਸਤੇ ਤੇ ਚੱਲਨੇ ਆ ਤੇ ਜੀਵਨ ਬੜਾ ਬਦਲ ਜਾਂਦਾ। ਜੀਵਨ ਦੀਆਂ ਜਿਹੜੀਆਂ ਔਖਿਆਈਆਂ ਨੇ ਉਹਨਾਂ ਨੂੰ ਉਹ ਤੁਹਾਨੂੰ ਫੇਸ ਕਰਨ ਦੇ ਕਾਬਿਲ ਬਣਾ ਦਿੰਦਾ। ਔਰ ਔਖਿਆਈਆਂ ਲੱਗਦੀਆਂ ਹੀ ਨਹੀਂ ਹੈਗੀਆਂ। ਉਹ ਤੁਸੀਂ ਕਹਿੰਦੇ ਹੁਕਮ ਹੈ, ਇਹ ਤੇ ਹੁਕਮ ਹੋਇਆ ਕਿ ਮੈਂ ਆਪਣੇ ਜਿਹੜੇ ਕਰਮ ਕੱਟ ਸਕਾਂ ਔਰ ਮੈਂ ਅੱਗੇ ਕਲੀਨ ਹੋ ਕੇ ਜਾ ਸਕਾਂ। ਸੋ ਮੈਨੂੰ ਵੀ ਸੰਗਤ ਦੇ ਨਾਲ ਬੜਾ ਪ੍ਰੇਮ ਹੈ ਔਰ ਮੈਨੂੰ ਬੜਾ ਅੱਛਾ ਲੱਗਦਾ ਹੈ ਕਿ ਵੀ ਮੈਨੂੰ ਇਹ ਮੌਕਾ ਮਿਲਿਆ ਤੁਹਾਡੇ ਨਾਲ ਸ਼ੇਅਰ ਕਰਨ ਦਾ। ਪਰ ਮੈਂ ਆਪ ਵੀ ਇਹਦੇ ਨਾਲ ਮੇਰਾ ਵੀ ਗਿਆਨ ਵੱਧਦਾ ਐਸੀ ਗੱਲ ਨਹੀਂ। ਸੋ ਤੁਹਾਡਾ ਵੀ ਸੰਗਤ ਦਾ ਇਕੁਅਲੀ ਓਨਾ ਹੀ ਸ਼ੁਕਰਾਨਾ ਹੈਗਾ ਮੇਰੇ ਵੱਲੋਂ। ਅਸੀਂ ਤੇ ਬੜੇ ਖੁਸ਼ਕਿਸਮਤ ਆ ਭੈਣ ਜੀ, ਅਸੀਂ ਉਹਨਾਂ ਦੀ ਸੰਗਤ ਕਰ ਰਹੇ ਹਾਂ ਜਿਨ੍ਹਾਂ ਨੇ ਜੋ ਅਸੀਂ ਬਾਣੀ ਚ ਪੜ੍ਹਿਆ ਉਹਦੇ ਚ ਬਹੁਤ ਕੁਝ ਨੇੜੇ ਹੋ ਕੇ ਉਹਨੂੰ ਸਮਝਿਆ ਔਰ ਆਪਣੀ ਬਾਡੀ ਤੇ ਉਸਨੂੰ ਹੰਡਾਇਆ। ਇਹ ਸਭ ਤੋਂ ਵੱਡੀ ਗੱਲ ਹੈ ਭੈਣ ਜੀ। ਬਿਲਕੁਲ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਬਿਲਕੁਲ ਤੁਹਾਡੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਔਰ ਅਸੀਂ ਤੁਹਾਡੇ ਤੋਂ ਉਹ ਐਕਸਪੀਰੀਅੰਸਿਸ ਸੁਣਨੇ ਆ, ਸਮਝਨੇ ਆ ਜਿਹੜੇ ਕਿ ਵੀ ਅਸੀਂ ਅੱਜ ਤੱਕ ਪੜ੍ਹੇ ਹੀ ਨਹੀਂ। ਬਹੁਤ ਅੱਛਾ, ਕਿਉਂਕਿ ਐਕਚੁਅਲੀ ਹੈ ਕਿ ਜੇਕਰ ਤੁਹਾਨੂੰ ਕੋਈ ਅਨੁਭਵ ਹੈ ਤੇ ਸ਼ੇਅਰ ਕਰੋ ਜ਼ਰੂਰ, ਆਪਣੇ ਤੱਕ ਨਾ ਰੱਖੋ, ਤੁਸੀਂ ਉਹਨੂੰ ਵੰਡੋ, ਕਿਉਂਕਿ ਉਹਦਾ ਲਾਭ ਜਿਹੜਾ ਸਾਰਿਆਂ ਨੂੰ ਹੋਵੇ। ਇਹ ਨਹੀਂ ਕਿ ਤੁਸੀਂ ਆਪਣੇ ਤੱਕ ਕਰਕੇ। ਮੈਨੂੰ ਤੇ ਅੱਛਾ ਲੱਗਦਾ ਹੈ, ਮੈਨੂੰ ਵੰਡਣਾ ਬਹੁਤ ਅੱਛਾ ਲੱਗਦਾ ਹੈ ਜੋ ਕੁਝ ਮੇਰੇ ਕੋਲ ਥੋੜਾ ਬਹੁਤ ਹੈ। तो ਅਸੀਂ ਸਾਰੇ ਵੰਡ ਹੀ ਰਹੇ ਹਾਂ ਜੋ ਕੁਝ ਇੱਕ ਦੂਸਰੇ ਦੇ ਕੋਲ ਹੈ। ਭੈਣ ਜੀ ਇਹ ਬਾਣੀ ਦੇ ਕਰਕੇ ਹੀ ਹੈ ਨਾ ਸਭ ਕੁਝ। ਇਹ ਤੁਹਾਨੂੰ ਮਤਲਬ ਕਿ ਬਾਬੇ ਨੇ ਇੰਨੀ ਫਿਰ ਸਹਿਨਸ਼ੀਲਤਾ ਦਿੱਤੀ ਔਰ ਫਿਰ ਉਸ ਤੋਂ ਬਾਅਦ ਦੇਖੋ ਉਹਨੇ ਇਹ ਵੀ ਤੁਹਾਨੂੰ ਬਖਸ਼ਿਸ਼ ਕਰ ਦਿੱਤੀ ਕਿ ਤੁਸੀਂ ਇਹ ਜਿਹੜਾ ਐਕਸਪੀਰੀਅੰਸ ਹੈ ਇੱਕ ਆਪਣਾ ਪਰਸਨਲ ਰੱਖ ਕੇ ਇਹਨੂੰ ਵੰਡੋ। ਬਿਲਕੁਲ ਬਿਲਕੁਲ ਇਹ ਤੇ ਮਤਲਬ ਕਿ ਇਹ ਤੇ ਨੈਕਸਟ ਸਟੈਪ ਹੋ ਗਿਆ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਮਤਲਬ ਕਿ ਮੈਨੂੰ ਤੇ ਅੱਛਾ ਲੱਗਦਾ ਹੈ ਕਿ ਜੇ ਮੈਨੂੰ ਕੁਛ ਪਰਮਾਤਮਾ ਨੇ ਸੁਝਾਅ ਦਿੱਤਾ ਹੈ, ਅਨੁਭਵ ਕਰਾਇਆ, ਤੇ ਉਹ ਮੇਰੇ ਤੱਕ ਲਿਮਿਟਿਡ ਨਹੀਂ ਰਹਿਣਾ ਚਾਹੀਦਾ। ਉਹਦਾ ਜਿਹੜਾ ਲਾਭ ਹੈ ਉਹ ਸੰਗਤ ਨੂੰ ਹੋਣਾ ਚਾਹੀਦਾ ਹੈ। ਔਰ ਹੋ ਸਕਦਾ ਤੁਹਾਡੇ ਵਿੱਚ ਤਾਂ ਕਈ ਤੇ ਬਹੁਤ ਸਾਰੇ ਮੇਰੇ ਨਾਲ ਵੀ ਅੱਗੇ ਹੋਣਗੇ, ਐਸੀ ਗੱਲ ਨਹੀਂ, ਪਰ ਅੱਗੇ ਪਿੱਛੇ ਦੀ ਕੋਈ ਗੱਲ ਨਹੀਂ ਹੈਗੀ। ਜਿੰਨਾ ਵੀ ਸਾਨੂੰ ਅਨੁਭਵ ਹੈ ਅਸੀਂ ਇੱਕ ਦੂਸਰੇ ਨਾਲ ਸ਼ੇਅਰ ਕਰੀਏ, ਉਹਦੇ ਨਾਲ ਇੱਕ ਵਿਸ਼ਵਾਸ ਆਉਂਦਾ, ਇੱਕ ਕੌਨਫੀਡੈਂਸ ਫੇਸ ਬਣਦਾ ਕਿ ਨਹੀਂ, ਇਹ ਨਹੀਂ ਹੈਗਾ ਕਿ ਵੀ ਇਹ ਜੋ ਅਸੀਂ ਕਰ ਰਹੇ ਹਾਂ ਪਤਾ ਨਹੀਂ, ਸ਼ੱਕ ਨਹੀਂ ਰਹਿੰਦਾ
ਇੱਕ ਵਿਸ਼ਵਾਸ, ਇੱਕ ਫੇਥ ਹੋ ਜਾਂਦਾ ਹੈ ਕਿ ਯੈਸ ਦਿਸ ਇਜ਼ ਟਰੂ, ਇਹ ਹੋ ਸਕਦਾ ਹੈਗਾ। ਨਹੀਂ ਤਾਂ ਸਾਡੇ ਮਨ ਵਿੱਚ ਦੁਬਦਾ ਰਹਿੰਦੀ, ਸ਼ੱਕ ਰਹਿੰਦਾ ਕਿ ਪਤਾ ਨਹੀਂ ਮੈਂ ਕਰ ਰਿਹਾ ਹੋਏਗਾ ਕਿ ਨਹੀਂ, ਪਤਾ ਨਹੀਂ ਮੈਂ ਕਰ ਰਿਹਾ। ਇਹਦੇ ਨਾਲ ਇੱਕ ਵਿਸ਼ਵਾਸ ਹੋ ਜਾਂਦਾ ਕਿ ਨਹੀਂ ਜ਼ਰੂਰ ਹੋਏਗਾ। ਮੈਂ ਚੱਲਣਾ, ਚੱਲਦੇ ਜਾਣਾ ਹੈਗਾ। ਰਸਤਾ ਥੋੜਾ ਕਠਿਨ ਹੈ, ਪਰ ਕਠਿਨ ਜੇ ਰਸਤਾ ਹੈ ਤੇ ਪਰਮਾਤਮਾ ਮਦਦ ਵੀ ਬੜੀ ਕਰਦਾ ਹੈ। ਸੋ ਇਹਦੇ ਨਾਲ ਮੈਨੂੰ ਵੀ ਬੜਾ ਅੱਛਾ ਲੱਗਦਾ। ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ, ਤੁਸੀਂ ਇੰਟਰਸਟ ਵੀ ਬੜਾ ਲੈ ਰਹੇ ਹੈਗੇ। ਜਿਹੜਾ ਤੁਸੀਂ ਸੰਤ ਅਤਰ ਸਿੰਘ ਜੀ ਦਾ ਜਿਹੜਾ ਐਗਜ਼ਾਮਪਲ ਦਿੱਤਾ ਹੈ, ਹਾਂਜੀ। ਤੇ ਜਿਹੜਾ ਤੁਸੀਂ ਉਹ ਇੱਕ ਆਸਟ੍ਰੇਲੀਆ ਵਾਲੇ ਭਾਈ ਜਗਜੀਤ ਸਿੰਘ ਦਾ ਦਿੰਦੇ ਹੋ ਲਾਸਟ ਟਾਈਮ, ਮੈਨੂੰ ਬੜਾ ਹੀ ਚੰਗਾ ਲੱਗਾ। ਹਾਂ ਬਿਲਕੁਲ ਬਿਲਕੁਲ। ਜਿਹੜਾ ਹਰ ਇੱਕ ਸੋਚ ਦਾ ਇਸ ਤੋਂ ਵੱਡੀ ਹੋਰ ਕੀ ਸਾਡੇ ਵਾਸਤੇ ਐਗਜ਼ਾਮਪਲ ਹੋ ਸਕਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਜਿਹੜੀਆਂ ਕਲੀਅਰ ਕੱਟ ਐਗਜ਼ਾਮਪਲ ਤੇ ਨਾ ਉਹਦਾ ਬੜਾ ਅਸਰ ਹੁੰਦਾ ਹੈ, ਕਿਉਂਕਿ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਰਿਐਲਿਟੀ ਹੈਗੀ ਹੈ। ਇਹ ਨਹੀਂ ਕਿ ਬਈ ਸਿਰਫ ਕਹਾਵਤ ਇਹ ਕਹਿਣਾ ਹੀ ਹੈ, ਇਹ ਵੀ ਕਿ ਹਾਂ ਇਹ ਪ੍ਰੈਕਟੀਕਲ ਹੈਗਾ, ਇਹ ਹੁੰਦਾ ਹੈ। ਔਰ ਫਿਰ ਸਾਨੂੰ ਇਹ ਵੀ ਲੈਸਨ ਮਿਲਦਾ ਕਿ ਜੇ ਏਡੇ ਵੱਡੇ ਸਾਡੇ ਸੰਤ ਜਿਹੜੇ ਨੇ ਉਹਨਾਂ ਨੂੰ ਵੀ ਦੁੱਖ ਹੋਇਆ ਹੈ, ਤੇ ਅਸੀਂ ਜਦੋਂ ਸਾਨੂੰ ਦੁੱਖ ਹੁੰਦਾ ਹੈ ਅਸੀਂ ਉਦੋਂ ਇੰਨਾ ਮਹਿਸੂਸ ਨਾ ਕਰੀਏ। ਉਹਦੇ ਨਾਲ ਸਾਨੂੰ ਇੱਕ ਬੜਾ ਲੈਸਨ ਮਿਲਦਾ ਹੈ ਕਿ ਦੁੱਖ ਨੂੰ ਕਿਸ ਤਰ੍ਹਾਂ ਕੱਟਣਾ ਹੈ। ਬਿਲਕੁਲ ਬਿਲਕੁਲ। ਮੇਰੇ ਤੇ ਜੀਵਨ ਵਿੱਚ ਸੱਚੀ ਗੱਲ ਤੁਹਾਨੂੰ ਦੱਸਾਂ, ਜਿੰਨਾ ਚੇਂਜ ਆਇਆ ਹੈ ਨਾ, ਮੇਰੀ ਲਾਈਫ ਜਿੰਨੀ ਬਦਲੀ ਹੈ, ਉਹ ਮੈਂ ਕਹਿੰਦੀ ਹਾਂ ਕਿ ਸਭ ਦੀ ਲਾਈਫ ਜਿਹੜੀ ਹੈਗੀ ਹੈ ਉਹ ਬਦਲ ਹੀ ਰਹੀ ਹੈ ਔਰ ਬਦਲ ਸਕਦੀ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਬਲਿਸ ਤੇ ਆਨੰਦ ਰਹਿੰਦਾ ਨਾ ਤੁਹਾਡੇ ਜੀਵਨ ਵਿੱਚ ਹਰ ਵੇਲੇ, ਉਹ ਫਿਰ ਜੀਵਨ ਦਾ ਜਿਹੜਾ ਨਾ ਰਾਸੀ ਹੋਰ ਹੁੰਦਾ ਹੈਗਾ। ਤੋ that's what everybody wants, ਔਰ ਮੈਨੂੰ ਲੱਗਦਾ ਹੈ it is not so easy to get it। ਨਹੀਂ ਭੈਣ ਜੀ, ਇਹ ਮੈਂ ਦੇਖਿਆ ਕਿ ਭਾਈ ਵੀਰ ਸਿੰਘ ਨੇ ਕਿਹਾ ਹੈ ਨਾ, ਇੱਕੋ ਲਗਨ ਲੱਗੀ ਲੈ ਜਾਂਦੀ, ਉਹ ਵੇ ਕੇ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ, ਉਹ ਕਰ ਆਰਾਮ ਨੇ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪੈ ਬਹਿੰਦੇ। ਸੋ ਇਹ ਹੈ ਕਿ ਜਦੋਂ ਇਹ ਲਗਨ ਲੱਗ ਜਾਂਦੀ ਹੈ ਤੇ ਫਿਰ ਦਿਨੇ ਰਾਤ ਜਿਹੜਾ ਨਾ ਧਿਆਨ ਸਭ ਕੁਝ ਕਰਦਿਆਂ ਕਰਾਂਦਿਆਂ ਵੀ ਜਿਹੜਾ ਧਿਆਨ ਵੀ ਉਹਦੇ ਚ ਰਹਿੰਦਾ। ਔਰ ਲਾਈਫ ਵਿੱਚ ਚੇਂਜਸ ਵੀ ਇੰਨੇ ਆਉਂਦੇ ਨੇ ਕਿ ਤੁਸੀਂ ਖੁਦ ਹੈਰਾਨ ਹੁੰਦੇ ਹੋ ਕਿ ਮੇਰਾ ਮਨ ਇੰਨਾ ਬਦਲ ਕਿਵੇਂ ਗਿਆ ਹੈ। I was not like that। ਪਰ ਗੁਰਬਾਣੀ ਦੇ ਵਿੱਚ ਮੈਂ ਵੇਖਿਆ ਤਾਕਤ ਬੜੀ, ਸ਼ਕਤੀ ਬੜੀ, ਬਹੁਤ ਸ਼ਕਤੀ, ਇੰਨੀ ਸ਼ਕਤੀ ਹੈ ਕਿ ਕਈ ਵਾਰੀ ਮੈਂ ਦੇਖਿਆ ਕਿ ਜਦੋਂ ਮੇਰਾ ਮਨ ਬਹੁਤ ਉਦਾਸ ਹੋਵੇ ਐਂਡ ਮਤਲਬ ਬਿਲਕੁਲ ਇਸ ਤਰ੍ਹਾਂ ਕਿ ਮੈਂ ਬੜੇ ਦੁੱਖ ਵਿੱਚ ਆ, ਮੈਂ ਇਮੀਡੀਏਟਲੀ ਸ਼ਬਦ ਮੇਰਾ ਪੈਟ ਹੈਗਾ ਉਹ ਮੈਂ ਲਗਾਵਾਂ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਨਾ ਅੱਗ ਉੱਤੇ ਪਾਣੀ ਪੈ ਗਿਆ ਹੈ, ਮਤਲਬ ਬਿਲਕੁਲ ਇੱਕਦਮ ਠੰਡ ਪੈ ਜਾਂਦੀ ਹੈਗੀ। ਇਹ ਗੁਰਬਾਣੀ ਵਿੱਚ ਸ਼ਕਤੀ ਤੇ ਬੜੀ ਹੈ, ਬਹੁਤ ਸ਼ਕਤੀ ਹੈਗੀ ਹੈ। ਪਰ ਜਿਉਂ ਅਸੀਂ ਅੰਦਰ ਜਾਂਦੇ ਹਾਂ ਇਹ ਸ਼ਕਤੀ ਫਿਰ ਹੋਰ ਗਹਿਰਾਈ ਨਾਲ ਸਾਡੇ ਤੇ ਅਸਰ ਕਰਦੀ। ਭੈਣ ਜੀ ਸ਼ਬਦ ਸ਼ੇਅਰ ਕਰੋਗੇ ਜੀ ਪਲੀਜ਼? ਹਾਂਜੀ, ਕਿਹੜਾ? ਅੱਛਾ, ਮੈਂ ਫਿਰ ਇਸ ਤਰ੍ਹਾਂ ਕਰਾਂਗੀ ਕਿ ਮੈਂ ਨਾ ਪਾ ਦਿਆਂਗੀ ਤੁਹਾਡੇ ਜਪਜੀ ਸਾਹਿਬ ਤੇ, ਤੁਸੀਂ ਸਾਰੇ ਜਣੇ ਦੇਖ ਲੈਣਾ। ਮੈਂ ਐਕਚੁਅਲੀ ਇਹਨਾਂ ਦਾ ਖੰਨੇ ਵਾਲਿਆਂ ਦਾ ਸੁਣਿਆ, ਜਸਵੀਰ ਸਿੰਘ ਖੰਨੇ ਵਾਲਿਆਂ ਦਾ। ਠੀਕ ਹੈ। ਮੈਨੂੰ ਇਹਨਾਂ ਦੇ ਨਾਲ ਇਹ ਬੜਾ ਜੋੜ ਹੈ, ਕਿਉਂਕਿ ਉਹ ਕੋਈ ਮਤਲਬ ਆਰਡੀਨਰੀ ਨਹੀਂ ਸੀ, ਉਹ ਤੇ ਬਹੁਤ ਪਹੁੰਚੇ ਹੋਏ ਸੀ। ਉਹਨਾਂ ਨੂੰ ਤੁਹਾਨੂੰ ਪਤਾ ਕਿ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਕੀ ਕਹਿੰਦੇ ਰਤਨ ਦਾ ਅਵਾਰਡ ਮਿਲਿਆ, ਕੀ ਕਹਿੰਦੇ ਨੇ ਉਹਨੂੰ? ਪੰਥ ਰਤਨ। ਪੰਥ ਰਤਨ ਦਾ ਮਸਕੀਨ ਜੀ ਨੂੰ ਵੀ ਦਿੱਤਾ ਹੈ ਨਾ, ਮਸਕੀਨ ਜੀ ਨੂੰ। ਹਾਂ, ਪੰਥ ਰਤਨ ਦਾ ਇਹਨਾਂ ਦਾ ਕੋਈ ਥੋੜਾ ਹੋਰ ਜਿਹੜਾ ਸਪਿਰਚੁਅਲ ਦੇ ਨਾਲ ਐਡ ਕਰਤਾ ਹੁੰਦਾ। ਸੋ ਇਹਨਾਂ ਨੂੰ ਇਹ ਬਹੁਤ ਪਹੁੰਚੇ ਹੋਏ ਨੇ। ਤੁਸੀਂ, ਮੈਂ ਤੁਹਾਨੂੰ ਦੱਸਾਂ, ਜਦੋਂ ਕੀਰਤਨ ਕਰਦੇ ਨੇ ਨਾ, ਜੇ ਤੁਸੀਂ ਇਹਨਾਂ ਦਾ ਕੀਰਤਨ ਸੁਣੋ ਇਸ ਤਰ੍ਹਾਂ ਲੱਗਦਾ ਤੁਸੀਂ ਉਹਦਾ ਇੰਨਾ ਜੁੜਦੇ ਹੋ ਕਿ ਸਭ ਕੁਝ ਤੁਹਾਨੂੰ ਭੁੱਲ ਜਾਂਦਾ। ਸੋ ਵਨ ਡੇ ਵਿਲ ਟਾਕ ਔਨ ਦਿਸ ਥਿੰਗ ਕਿ ਵੀ ਅਸੀਂ ਮੈਥਡ ਕੀ ਅਪਲਾਈ ਕਰਨਾ ਹੈ ਜਿਹਦੇ ਨਾਲ ਜੇ ਸਾਡੇ ਤੇ ਅਸਰ ਜਿਹੜਾ ਬੜਾ ਗਹਿਰਾ ਹੋਵੇ, ਕਿਉਂਕਿ ਇਹਦੇ ਵਾਸਤੇ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਰਸਤਾ ਛੋਟਾ ਕਰਦੀਆਂ ਤੇ ਜ਼ਿਆਦਾ ਇਫੈਕਟਿਵ ਹੈਗੀਆਂ। ਤਾਂ ਫਿਰ ਕਿਸੇ ਦਿਨ ਅਸੀਂ ਇਹ ਵੀ ਡਿਸਕਸ ਕਰਾਂਗੇ। ਬਿਲਕੁਲ ਜੀ, I look forward for that। ਬਿਲकुल। तो ठीक है डॉली जी, टाइम हो गया। डॉली जी ਤੁਸੀਂ ਤੇ ਬੋਲੇ ਨਹੀਂ ਅੱਜ। नहीं भैन जी, आप जी ने बहुत सोहना समझाया। मैं ते ਤੁਹਾਡੀ ਜਿਹੜੀ ਗੱਲ ਹੈਗੀ ਕਿ ਗੰਭੀਰਤਾ ਜਾਂ ਗਹਿਰਾਈ ਹੁਣੇ ਆਈ ਨਹੀਂ ਹੈ, ਕਿਉਂਕਿ ਆਈ ਕੈਨ ਇਵੈਲੂਏਟ ਮਾਈ ਸੈਲਫ ਕਿ ਹੁਣੇ ਜਿਹੜੀ ਉਹ ਤੀਬਰ ਇੱਕ ਇੱਛਾ ਹੋਈ ਨਾ ਕਿ ਮੈਂ ਹੋਰ ਸਿੱਖਣਾ ਹੈ, ਉਨੀ ਤੀਬਰ ਇੱਛਾ ਬਣੀ ਨਹੀਂ।
ਸੋ ਉਹ ਦੱਸਦਾ ਹੈਗਾ ਕਿ ਉਹਨੇ ਗੰਭੀਰਤਾ ਤੇ ਗਹਿਰਾਈ ਆਈ ਨਹੀਂ ਹੈਗੀ, ਜਿਹਦੀ ਜਦੋਂ ਉਹ ਆਏਗੀ ਤੇ ਫਿਰ ਅਸੀਂ ਨਾ ਤਰਸਾਂਗੇ ਇਸ ਗਿਆਨ ਲਈ। ਸੋ ਬਟ ਦੈਟਸ ਗੁੱਡ, ਪਰ ਇਨ ਅ ਵੇ ਚੰਗਾ ਹੈ ਕਿ ਐਟਲੀਸਟ ਅਸੀਂ ਆਪਣੇ ਆਪ ਨੂੰ ਮੈਜ਼ਰ ਕਰ ਸਕਦੇ ਹਾਂ ਕਿ ਅਸੀਂ ਕਿੱਥੇ ਹੈਗੇ ਆ ਹੁਣੇ, ਤੇ ਤੁਸੀਂ ਸਾਨੂੰ ਟੂਲਸ ਦੱਸੇ ਨੇ ਜਿਹਦੇ ਨਾਲ ਅਸੀਂ ਫਿਰ ਆਪਣੇ ਨੂੰ ਇੰਪਰੂਵ ਕਿਸ ਤਰ੍ਹਾਂ ਕਰਨਾ ਹੈ। ਤੇ ਫਿਰ ਅਗੇਨ ਆਈ ਥਿੰਕ ਇਨ ਫਿਊ ਮੰਥਸ ਵੀ ਸ਼ੁਡ ਇਵੈਲੂਏਟ ਆਰਸੈਲਵਸ ਅਗੇਨ। ਬਹੁਤ ਸੋਹਣਾ ਭੈਣ ਜੀ ਆਪ ਜੀ ਨੇ ਕਿਹਾ ਜੀ, ਸਾਰਾ ਕੁਝ ਬਹੁਤ ਬਸ ਅੱਜ ਤੇ ਕਬੀਰ ਜੀ ਨੇ ਆਂधी ਲੈ ਆਂਦੀ, ਉਹ ਆਂधी ਜਿਹੜੀ ਹੈਗੀ ਉਹਦਾ ਗਿਆਨ ਕੀ ਆਏ, ਮਤਲਬ ਕਹਿੰਦੇ ਜਦੋਂ ਗਿਆਨ ਆਂਦਾ ਹੈ ਹਾਂ ਇੰਜ ਨਹੀਂ ਕਿ ਥੋੜਾ ਬਹੁਤ ਗਿਆਨ ਆਂਦਾ ਹੈ, ਪੂਰਾ ਬਹੁਤ ਜ਼ਿਆਦਾ ਗਿਆਨ ਆ ਜਾਂਦਾ ਇੱਕੋ ਟਾਈਮ ਤੇ। ਗਿਆਨ ਕੀ ਆਈ ਆਂधी। ਬਿਲਕੁਲ, ਹੁਣ ਉਹ ਗਿਆਨ ਆਂधी ਦਾ ਅਸਰ ਸਾਡੇ ਤੇ ਹੋਣਾ ਤੇ ਜ਼ਰੂਰੀ ਹੈ ਨਾ। ਹਾਂਜੀ ਹਾਂਜੀ, ਫਿਰ ਉਹ ਪਰਮ ਦੀ ਸਾਰੀ ਟੱਟ ਜਾਏਗੀ। ਬਿਲਕੁਲ, ਪਰ ਉਹ ਅਵਸਥਾ ਨਹੀਂ ਹੈਗੀ ਹੁਣੇ ਭੈਣ ਜੀ। ਯਸ, ਵਾਹਿਗੁਰੂ ਕਿਰਪਾ ਕਰੇ। ਕੋਈ ਨਹੀਂ, ਉਹ ਇਹ ਨਾ ਪ੍ਰਮਾਤਮਾ, ਇਹ ਰਸਤਾ ਹੈ, ਅਸੀਂ ਚੱਲ ਰਹੇ ਹਾਂ, ਇਹ ਜਰਨੀ ਹੈ। ਬਿਲਕੁਲ, ਅਸੀਂ ਕਦੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਿੱਥੇ ਪਹੁੰਚੇ ਹਾਂ। ਨਹੀਂ ਅਸੀਂ ਨਹੀਂ ਸੋਚਣਾ। ਹਾਂਜੀ ਬਿਲਕੁਲ ਬਿਲਕੁਲ, ਬਸ ਸਾਡਾ ਕੰਮ ਸਿਰਫ ਚੱਲਣਾ ਹੀ। ਨਹੀਂ ਇਹ ਜਿਹੜਾ ਵਾਹਿਗੁਰੂ ਸੁਣਾਉਂਦੇ ਨੇ ਕਿ ਗੰਭੀਰਤਾ ਆਏਗੀ, ਫਿਰ ਅਨੁਭਵ ਆਏਗਾ, ਅਨੁਭਵ ਤੋਂ ਬਾਅਦ ਗਿਆਨ ਆਏਗਾ, ਇਹ ਵੀ ਉਹ ਦੱਸ ਰਿਹਾ ਕਿ ਤੁਸੀਂ ਕਿੱਥੇ ਹੈਗੇ ਹੋ, ਫਿਰ ਮੈਂ ਤੁਹਾਨੂੰ ਨੈਕਸਟ ਸਟੈਪਸ ਦੱਸ ਰਿਹਾ ਵਾਂ। ਸੋ ਇਹ ਵੀ ਜਿਹੜਾ ਮੈਸੇਜ ਲੈ ਕੇ ਆਉਂਦੇ ਨੇ ਕਿਸੇ ਦੇ ਥਰੂ, ਬਿਕੋਜ਼ ਐਟ ਦੈਟ ਪੁਆਇੰਟ, ਐਟ ਦਿਸ ਪੁਆਇੰਟ ਵੀ ਨੀਡ ਦਿਸ ਮੈਸੇਜ, ਪਾਰਟਿਕੂਲਰ ਮੈਸੇਜ ਜਿਹੜਾ ਉਹ ਤੁਹਾਡੇ ਥਰੂ ਲੈ ਕੇ ਆਏ। ਸੋ ਬਹੁਤ ਬਹੁਤ ਨਾਈਸ ਵੈਰੀ, ਥੈਂਕ ਯੂ ਜੀ। ਠੀਕ ਹੈ, ਹੁਣ ਤੁਸੀਂ ਆਪਣਾ ਠੀਕ ਹੈ, ਸੰਗਤ ਦਾ ਸਭ ਦਾ ਧੰਨਵਾਦ। ਹੁਣ ਤੁਸੀਂ ਅਰਦਾਸ ਕਰੋ। ਚਲੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ की पातशाही 10वीं प्रथम भगवती सिमर के गुरु नानक लेके आए, फिर अंगद गुरु अमरदास रामदास सहाय। अर्जन हर गोबिंदो सिमरो श्री हर राय, श्री हर कृष्ण त्याइए जिस चिट्ठी सब तक जाए। तेग बहादुर सिमरे कर नाउ निगाह ताए, सब थाए उन्हां दी सहाय। 10वें पातशाह श्री गोबिंद सिंह जी महाराज सब थाए उन्हां दी सहाय। 10वां पातशाह जो श्री गुरु ग्रंथ साहिब जी दे पाठ दर्शन दीदार दा ध्यान करके बोलना जी वाहिगुरू। वाहिगुरू जी आप जी दा सोहणे पंज प्यारे, चार साहिबजादे, 40 मुक्ते, हट्टियां जपियां तपियां, जिन्हां नाम जपिया वंड छकिया, देव चलाई ते खवाई ते कैंडिड कीता, गुरुद्वारे दी सेवा लई कुर्बानियां कीतियां, सरबत ਸਿੰਘਾਂ ਸਿੰਘਾਂ ਦੀ ਪੁੱਤ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ। हे ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਦਾਤਾਰ ਪਿਤਾ ਜੀ। ਆਪ ਹੀ ਤੁਸੀਂ ਆਪ ਆਪਣੇ ਬੱਚਿਆਂ ਨੂੰ ਦੇ ਹੱਥ ਫੜ ਕੇ ਸਾਨੂੰ ਇਸ ਸੰਗਤੀ ਰੂਪ ਚ ਆਪ ਜੀ ਨੇ ਬਿਠਾਇਆ ਹੈ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਆਪ ਜੀ ਮਨੁੱਖਾ ਦੇਹੀ ਦੇ ਥਰੂ ਸਾਡੇ ਕੋਲ ਦਾਤਾਰ ਪਿਤਾ ਜੀ ਉਹ ਵੱਖਰੇ ਵੱਖਰੀ ਸਿੱਖਿਆ ਲੈ ਕੇ ਆਏ ਹੋ। ਸੱਚੇ ਪਿਤਾ ਵਾਹਿਗੁਰੂ ਜੀ, ਅਰਦਾਸ ਬੇਨਤੀ ਹੈ ਸਿੱਖਿਆ ਸਾਡੇ ਜੀਵਨ ਦੇ ਜਾਂਚ ਬਣ ਜਾਏ, ਅਸੀਂ ਉਹਦੇ ਤੇ ਤੁਰੀਏ ਤਾਂ ਕਿ ਆਪ ਜੀ ਦੀ ਨੇੜਤਾ ਮਹਿਸੂਸ ਕਰ ਸਕੇ। ਸੱਚੇ ਪਿਤਾ ਵਾਹਿਗੁਰੂ ਜੀ, ਉਸੇ ਪਾਸੇ ਤੇ ਤੋੜੋ ਜਿਹੜਾ ਆਪ ਜੀ ਦੇ ਕੋਲ ਸਾਨੂੰ ਲੈ ਕੇ ਜਾਵੇ। ਮੇਰ ਕਰੀ ਸਾਈਂ, ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਵਰਤਾਓ ਜੀ। ਕਿਸਾਨਾਂ ਦੇ ਸਫਲਤਾ ਬਖਸ਼ੋ ਜੀ। ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ੋ ਤਾਂ ਕਿ ਸੋਹਣੀ ਦੇਹ ਨਾਲ, ਸਵਸਥ ਦੇਹ ਨਾਲ ਆਪ ਜੀ ਦੀ ਭਗਤੀ ਕਰ ਸਕਣ। ਸੱਚੇ ਪਿਤਾ ਵਾਹਿਗੁਰੂ ਜੀ, ਸੋਈ ਗੁਰਮੁਖ ਪਿਆਰਿਆਂ ਨੂੰ ਮੇਲਣਾ ਜਿਲਾ ਮੇਲਿਆ। ਆਪ ਜੀ ਦਾ ਨਾਮ ਸਵਾਸ ਸਵਾਸ ਚਿਤਾਵੇ, ਸੁਖ ਹੋਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਲ 3 ਤੋਂ 5 ਵਜੇ ਤੱਕ ਸੁਖਮਨੀ ਸਾਹਿਬ ਜੀ ਦਾ ਪਾਠ ਹੋਏਗਾ, ਪਰ ਮੈਂ ਉਹ I will put it in the daily vichar